ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਜ ਜਾਓ, ਪ੍ਰੇਮ ਨਾਲ ਗੁਰੂ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਣ ਕਰੋ ਜੀ। ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਚੱਕਰ ਚਿਹਨ ਹਰ ਬਰਨ ਜਾਤ ਹਰ ਪਾਤ ਨਹਨ ਜਿਹ ਰੂਪ ਰੰਗ ਹਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਹਮੇ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹਿਬ ਸਾਹਣ
ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਐ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਕਚਹੁ ਕੰਚਨ ਪਹੁ ਸ਼ਬਦ ਗੁਰ ਸ਼ਰਵਣਹਿ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਪੜਿਓ ਲੋਹ ਹੋਇਓ ਲਾਲ ਨਦਰ ਸਤਿਗੁਰ ਜਦ ਤਾਰੈ ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠਾਂ ਸ਼੍ਰੀ ਖੰਡ ਸਤਿਗੁਰ ਕੀਓ ਦੁਖ ਦਰਦਰ ਤਿਨ ਕੇ ਗਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰ ਨਰ ਪਏ ਸਤਿਗੁਰ ਗੁਣੀ ਨਿਧਾਨ ਹੈ ਗੁਣ ਕਰ ਬਖਸ਼ੇ ਅਵਗੁਣ ਆਰੇ ਸਤਿਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰੇ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਅਮਿ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵ ਨਿਦ ਦਰਿਆ ਜਨਮ ਹਮ ਕਾਲਖ ਤੋਬੈ ਸੁਕਹੁ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ।
ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਅਸ਼ਟਪਦੀ ਜਾਚਕ ਜਨ ਜਾਚਾ ਪ੍ਰਭ ਦਾਨ, ਕਰ ਕਿਰਪਾ ਦੇਵਹੁ ਹਰ ਨਾਮ। ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸਰਧਾ ਪੂਰ। ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮਹਿ ਧਿਆਵੋ। ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ। ਏਕ ਓਟ ਏਕ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਏਕ ਓਟ ਏਕ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ, ਜਾਗਦੀ ਜੋਤ, 10 ਪਾਤਸ਼ਾਹੀਆਂ ਦੇ ਆਤਮਿਕ ਸਵਰੂਪ, ਕਿਰਪਾ ਦੇ ਸਾਗਰ, ਦੀਨਾ ਬੰਧੂ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਪਵਿੱਤਰ ਦਇਆ ਕਰਕੇ ਸਤ ਸੰਗਤ ਦਾ ਇਹ ਪਵਿੱਤਰ ਸੁਭਾਗ ਸਮਾਂ ਮਨੁੱਖਾ ਜਨਮ ਵਿੱਚ ਆਪਾਂ ਨੂੰ ਪ੍ਰਾਪਤ ਹੋਇਆ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ, ਚੌਜੀ ਪਾਤਸ਼ਾਹ ਜੀ ਦੇ ਮਹਾਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਆਪ ਜੀ ਦਰਸ਼ਨ ਦੀਦਾਰ ਕਰਦੇ ਹੋਏ ਸਤ ਸੰਗਤ ਦੀਆਂ ਘੜੀਆਂ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਨੇ ਆਪਣੇ ਖਾਲਸੇ ਤੋਂ ਆਪਣਾ ਸਭ ਕੁਝ ਮਹਾਰਾਜ ਜੀ ਨੇ ਨਿਸ਼ਾਵਰ ਕੀਤਾ। ਆਪਣਾ ਖਾਲਸਾ ਸਾਜਿਆ ਹੋਇਆ ਆਪਣਾ ਖਾਸ ਰੂਪ ਮਹਾਰਾਜ ਜੀ ਨੇ ਕਥਨ ਕੀਤਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਗੁਰਸਿੱਖਾਂ ਤੇ ਬਖਸ਼ਿਸ਼ ਰਹਿਮਤ ਧਾਰਦੇ ਹੈ, ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਅੰਦਰੋਂ ਬਾਹਰੋਂ ਆਪਣਾ ਖਾਸ ਰੂਪ ਦੇ ਕਰਕੇ ਮਹਾਰਾਜ ਜੀ ਨਵਾਜਦੇ ਹਨ। ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਗੁਰਬਾਣੀ ਦੀ ਲੜੀਵਾਰ ਕਥਾ ਆਪ ਪਿਆਰ ਸ਼ਰਧਾ ਨਾਲ ਸਰਵਣ ਕਰਦੇ ਹੋ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੀ ਇਹ ਲੜੀਵਾਰ ਕਥਾ ਸ੍ਰੀ ਸੁਖਮਨੀ ਸਾਹਿਬ ਜੀ ਦੀ
ਪਵਿੱਤਰ ਬਾਣੀ ਵਿੱਚ ਸਾਧ ਸੰਗਤ ਜੀ ਚੱਲ ਰਹੀ ਹੈ। 14ਵੀਂ ਅਸ਼ਟਪਦੀ ਦੀਆਂ 4 ਪੌੜੀਆਂ ਹੋਈਆਂ ਸਨ। ਜਦੋਂ ਦਾਸ ਦੀ ਸਿਹਤ ਢਿੱਲੀ ਹੋ ਗਈ, ਸੱਚੇ ਪਾਤਸ਼ਾਹ ਜੀ ਮਹਾਰਾਜ ਬਹੁਤ ਰਹਿਮਤ ਸਤਿਗੁਰੂ ਜੀ ਕਰਦੇ ਹੈ। ਜਦੋਂ ਸਤ ਸੰਗਤ ਵਿੱਚ ਕੋਈ ਸਰੀਰ ਨੂੰ ਦੁੱਖ ਲੱਗਦਾ ਹੈ, ਸਤਿਗੁਰੂ ਜੀ ਮਿਹਰ ਕਰਦੇ ਹੈ, ਸੂਲੀ ਤੋਂ ਸੂਲ ਵਿੱਚ ਬਦਲ ਦਿੰਦੇ ਹੈ ਸੱਚੇ ਪਾਤਸ਼ਾਹ। ਜੇ ਸੰਗਤ ਤੋਂ ਬਾਹਰ ਰਹਿੰਦਿਆਂ ਕਸ਼ਟ ਕਿਤੇ ਆਵੇ, ਉਹ ਬੜੇ ਵੱਡੇ ਕਸ਼ਟ ਹੁੰਦੇ ਹੈ, ਚੱਲੇ ਨਹੀਂ ਜਾਂਦੇ। ਪਰ ਸੱਚੇ ਪਾਤਸ਼ਾਹ ਜੀ ਐਸੀ ਬਖਸ਼ਿਸ਼ ਕਰਦੇ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਕਥਨ ਕੀਤਾ ਹੈ, ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗੁਣ ਆਰੇ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਜਿਹੜੇ ਅਸਾਧ ਰੋਗ ਕਿਸੇ ਕੋਲੋਂ ਦੂਰ ਨਹੀਂ ਕੀਤੇ ਜਾਂਦੇ। ਦਵਾਈਆਂ ਲਾ ਕੇ, ਦਵਾਈਆਂ ਪਿਲਾ ਕੇ, ਮੰਤਰ ਜੰਤਰ ਪੜ੍ਹ ਕੇ ਸਤਿਗੁਰੂ ਜੀ ਉਹਨਾਂ 5 ਅਸਾਧ ਰੋਗਾਂ ਨੂੰ ਮਹਾਰਾਜ ਜੀ ਨਾਸ਼ ਕਰਨ ਵਾਲੇ ਹੈ। ਐਸਾ ਉਪਕਾਰ ਕਰਦੇ ਹੈ ਕਿ ਆਪਣਾ ਉਪਕਾਰ ਕਰਕੇ ਹੀ ਅਵਗਣ ਹਾਰਿਆਂ ਨੂੰ ਮਹਾਰਾਜ ਬਖਸ਼ ਲੈਂਦੇ ਹੈ। ਨਹੀਂ ਤਾਂ ਬਖਸ਼ੇ ਜਾਣ ਵਾਲੀ ਹਾਲਤ ਨਹੀਂ। ਇਹ ਤਾਂ ਸੱਚੇ ਪਾਤਸ਼ਾਹ ਜੀ ਦਾ ਗੁਣ ਉਪਕਾਰ ਹੈ। ਮਹਾਰਾਜ ਜੀ ਨੂੰ ਜਦੋਂ ਤਰਸ ਪੈਂਦਾ ਏ, ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਹਣ ਮਾਣਕ ਕਰੈ, ਨਦਰ ਸਤਿਗੁਰ ਜਦ ਧਾਰੈ। ਜਦੋਂ ਸਤਿਗੁਰੂ ਜੀ ਆਪਣੀ ਮਿਹਰ ਦੀ ਨਿਗਾਹ ਕਰਦੇ ਹੈ, ਫਿਰ ਚਾਹੁਣ ਤਾਂ ਪੱਥਰ ਨੂੰ ਵੀ ਮਹਾਰਾਜ ਮੋਤੀ ਕਰ ਸਕਦੇ ਹੈ। ਇੱਥੇ ਕੋਈ ਮਾਣ ਨਹੀਂ ਗੁਣ ਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀ ਮਿਹਰ ਕਰਕੇ ਜਦੋਂ ਨਵਾਜਦੇ ਹੈ, ਉਦੋਂ ਹੀ ਸਾਧ ਸੰਗਤ ਜੀ ਨਿਹਾਲ ਹੁੰਦਾ ਹੈ। ਸਤਿਗੁਰੂ ਜੀ ਦੀ ਇਹ ਅੰਮ੍ਰਿਤ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਤਕਰੀਬਨ ਅੱਜ 20ਵੀਂ ਅਸ਼ਟਪਦੀ ਆਰੰਭ ਹੋਈ ਹੈ। ਬਹੁਤ ਸੰਗਤਾਂ ਦੀ ਸਿੰਘਾਂ ਦੀ ਇੱਛਾ ਸੀਗੀ ਤੇ ਕੁਝ ਦਿਨ ਬਿਮਾਰੀ ਦੀ ਹਾਲਤ 'ਚ ਹੀ, ਬੁਖਾਰ ਵਿੱਚ ਹੀ ਮੈਂ ਕਥਾ ਕੀਤੀ ਸੀਗੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਜਿਵੇਂ ਗਰੀਬ ਨਵਾਜ ਜੀ ਨੂੰ ਪਾਉਂਦਾ ਹੈ, ਅੱਜ 20ਵੀਂ ਅਸ਼ਟਪਦੀ ਸਾਧ ਸੰਗਤ ਜੀ ਆਰੰਭ ਹੋ ਰਹੀ ਹੈ। ਤੋ ਪਿਆਰ ਨਾਲ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਕਥਾ ਸਰਵਣ ਕਰੀਏ। ਹਜ਼ੂਰ ਨੇ ਇਸ ਪਵਿੱਤਰ ਬਾਣੀ ਦੇ ਅੰਦਰ 24 ਪ੍ਰਕਰਣ ਮਹਾਰਾਜ ਜੀ ਨੇ ਰੱਖੇ ਹੈ। ਜੀਵ ਦੇ ਰਾਤ ਦੇ ਸਮੇਂ ਵਿੱਚ, ਦਿਨ ਦੇ ਸਮੇਂ ਵਿੱਚ ਲਏ ਹੋਏ ਸਾਰੇ ਹੀ ਸਵਾਸਾਂ ਨੂੰ ਸਫਲਿਆਂ ਕਰ ਦੇਣ ਵਾਲੀ ਇਹ ਪਵਿੱਤਰ ਬਾਣੀ ਹੈ। ਕਿਉਂਕਿ ਸਿੱਖਾਂ ਨੇ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਜੀ ਮਹਾਰਾਜ ਸਾਥੋਂ ਤਾਂ ਸਵਾਸ ਭਜਨ ਨਹੀਂ ਹੁੰਦਾ, ਗਰੀਬ ਨਵਾਜ ਆਪ ਕਿਰਪਾ ਕਰੋ। ਤੇ ਸਾਧ ਸੰਗਤ ਜੀ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਅਵਤਾਰ ਹੀ ਪਰਉਪਕਾਰ ਲਈ ਹੋਇਆ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਹਜ਼ੂਰ ਨੇ ਇਹ ਪਵਿੱਤਰ ਸੁਖਮਨੀ ਸਾਹਿਬ ਜੀ ਦੀ ਮਹਾਰਾਜ ਬਾਣੀ ਹਜ਼ੂਰ ਨੇ ਉਚਾਰਨ ਕੀਤੀ। ਨਾਮ ਦੀ ਵੱਡੀ ਮਹਿਮਾ ਸਤਿਗੁਰਾਂ ਜੀ ਨੇ ਕਥਨ ਕੀਤੀ ਹੈ। ਤੇ ਫਿਰ ਵੀ ਕਥਨ ਕੀਤਿਆਂ ਕਰਦਿਆਂ ਹੋਇਆਂ ਕਿਹਾ, ਬਹੁਤ ਉਪਮਾ ਥੋਰ ਕਹੀ। ਇਹ ਵਾਹਿਗੁਰੂ ਆਪ ਦੀ ਉਪਮਾ ਮਹਾਰਾਜ ਬਹੁਤ ਵੱਡੀ ਹੈ, ਅਸੀਂ ਤਾਂ ਥੋੜੀ ਕਹੀ ਹੈ। ਹਮ ਤੁੱਛ ਕਰ ਵਰਨ ਤੇ ਮਹਾਰਾਜ ਇਸ ਦਾ ਤੁੱਛ ਥੋੜੀ ਕਰਕੇ ਵਰਣਨ ਕਰਦੇ ਹਾਂ। ਹਰ ਕੀ ਮਹਿਮਾ ਬਹੁ ਅਗਮ ਮਹਾਰਾਜ ਆਪ ਦੀ ਮਹਿਮਾ ਤਾਂ ਮਨ ਦੀ ਗਮਤਾ ਤੋਂ ਪਰੇ ਹੈ। ਇਹ ਸੰਸਾਰ ਦੀ ਪਹੁੰਚ ਤੋਂ ਹੀ ਪਰੇ ਹੈ, ਮਾਇਆ ਦੀ ਪ੍ਰਕਿਰਤੀ ਤੋਂ ਹੀ ਪਰੇ ਹੈ। ਮਹਾਰਾਜ ਜਿੰਨੀ ਤੁਸੀਂ ਮੱਤ ਦਿੰਦੇ ਹੋ, ਉਸ ਮੱਤ ਅਨੁਸਾਰ ਅਸੀਂ ਆਪ ਦੀ ਇਹ ਮਹਿਮਾ ਵਰਣਨ ਕਰਦੇ ਹਾਂ। ਇਹ ਹਜ਼ੂਰ ਨੇ ਸਾਨੂੰ ਨਿਮਰਤਾ ਸਿਖਾਈ ਹੈ, ਗਰੀਬ ਨਵਾਜ ਨੇ ਗਰੀਬੀ ਰੱਖਣੀ ਮਹਾਰਾਜ ਸੱਚੇ ਪਾਤਸ਼ਾਹ ਸਿਖਾਈ ਹੈ। ਤੇ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਇੱਕ ਪ੍ਰਕਰਨ ਹਜ਼ੂਰ ਨੇ ਜਿਹੜਾ ਹੈ ਸ਼ਲੋਕ ਵਿੱਚ ਧਰ ਕੇ ਅਸ਼ਟਪਦੀਆਂ ਵਿੱਚ ਮਹਾਰਾਜ ਜੀ ਨੇ ਉਸ ਦਾ ਸਤਿਗੁਰਾਂ ਜੀ ਨੇ ਟੀਕਾ ਕੀਤਾ। ਗਰੀਬ ਨਵਾਜ ਜੀ ਨੇ 19ਵੀਂ ਅਸ਼ਟਪਦੀ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ
जिस दे अंदर बख्शिश कीती सी कि साथ ना चालै बिन भजन। गुरसिखो भजन तो बिना कुछ भी साथ नहीं चलना। किन्नियां मन पंडा पाई जांदा है, किन्ना शरीर करके उजर करदा है, पर सतगुरु जी किन्ना बरागमई उपदेश दिंदे है कि साथ ना चालै बिन भजन। वाहिगुरु दे भजन तो बिना कोई भी चीज़ साथ नहीं चलेगी। विख्या सगली शार, ये सारी विख्या जिहड़ी है ना जहर रूप माया, ये अंत नूं छार हो जानी। माया रचित जिहड़ी तेरी देह है ये भी अंत नूं छार हो जानी। जिस चीज़ ने कल मुक जाना है उस दे अज मुक जाण दा क्यों भै करदा है, क्यों खदसा करदा है। वाहिगुरु सदा अमर है, अटल है। उस अमर ते अटल वाहिगुरु दे अंदर अभेद हो, उहदे भजन दी कमाई कर लै। शब्द विच सुरत नूं जोड़ लै, फिर तैनूं सदा रहण वाली अमरा पदवी प्राप्त होवे। ये सच्चे पातशाह जी महाराज ने आख्या कि भजन तो बिना कोई चीज़ साथ नहीं चलनी। सारी माया जिहड़ी है वो शार रूप है। हर हर नाम कमावना, नानक एहो धन सार। वाहिगुरु वाहिगुरु नाम जिहड़ा कमाउणा ना, महाराज कहंदे ये सार धन वै, श्रेष्ठ धन वै। ਇੱਥੇ भी काम आऊगा, परलोक विच भी तेरे काम आऊगा। जिन्ना मर्जी नाम धन नूं ਇੱਥੇ खर्च लई, ये अटुट ते अमुक खजाना है, मुकेगा नहीं। क्योंकि रिधियां सिद्धियां इस नाम दियां ही दासियां ने। माया इहदे नाम दी ही दासी है। जो चीज़ कहें वो ही प्रगट कर देगा। नाम एडा शक्तिशाली है। नाम दी महिमा, नाम दी शक्ति कथन नहीं की जा सकती। सच्चे पातशाह जी महाराज ने कहा, संतां जनां दे मिल करके तू इस नाम दे खजाने नूं प्राप्त कर लै। ये तैनूं अवसर मिलिया है, मौका मिलिया मनुखा जन्म दा। साध संगत जी, ब्रह्म विद्या दा उपदेश बड़ा ही कठिन सीगा, बहुत ज़्यादा। व्याकरणा पढ़नियां पैंदियां सी। हजूर ने किड्डा उपकार किया सच्चे पातशाह जी ने। किन्नी सुखैन महाराज जी ने भाषा विच, गुरमुखी विच सतगुरां जी ने ब्रह्म विद्या का उपदेश भर दिता सच्चे पातशाह ने। तो हुण ये कोई कहे कि मैनू समझ नहीं पैंदी, ये समझना की औखा है कि साथ ना चल बिन भजन। ये तो अनपढ़ नूं भी समझ पैंदी है ना। तो कित्थे पढ़िया लिखिया नूं व्याकरण दे नियम पढ़ने बड़े औखे सी। फिर साधनावां बड़ियां होर कठिन कमाउणियां। बड़ा साध संगत जी कठिन मार्ग सीगा। धन गुरु अर्जन देव सच्चे पातशाह ने एडा उपकार किया सच्चे पातशाह ने कि इन्नी सहज ब्रह्म विद्या दिती है। इन्ना सौखा महाराज जी ने उपदेश दिता है तो सीधा ही निरंकार नाल जोड़िया। तो सतगुरु पातशाह जी महाराज कहते भाई इस गल विच कोई शंका ना रह जावे कि भाई कोई चीज़ नाल चली जाएगी। नाल नहीं कुछ भी चलना। इस करके इस गल ते भरोसा करो कि वाहिगुरु दा नाम धन ही नाल चलदा है, परलोक विच निभदा है। सच्चे पातशाह जी महाराज ये नाम तो बिना सब चीज़ां शार ने। ये 19वीं अष्टपदी विच सच्चे पातशाह जी महाराज ने किरपा की, बख्शिश की। ते सच्चे पातशाह जी महाराज हुण 20वीं अष्टपदी का महाराज जी सलोक आरंभदे है। गरीब निवास सच्चे पातशाह जिवें बख्शिश करते हैं, आओ प्यार नाल सरवण करिए। हजूर दे अमृत पवित्र चरनां दा ध्यान करते हुए आखो जी सतनाम श्री वाहिगुरु साहिब जी। सतनाम श्री वाहिगुरु साहिब जी। सतनाम श्री वाहिगुरु साहिब जी।
ਸਲੋਕ ਫਿਰਤ ਫਿਰਤ ਪ੍ਰਭ ਆਇਆ। ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਹਜੂਰ ਇਹ 20ਵੇਂ ਸ਼ਲੋਕ ਦੇ ਅੰਦਰ ਮਹਾਰਾਜ ਜੀ ਪ੍ਰਕਰਨ ਕੀ ਰੱਖਦੇ ਹੈ, ਸਾਨੂੰ ਸਤਿਗੁਰੂ ਜੀ ਬੇਨਤੀ ਕਰਨ ਦੀ ਜਾਚ ਦੱਸਦੇ ਹੈ। ਤੇ ਵਾਹਿਗੁਰੂ ਦੇ ਅੱਗੇ ਦੋਵੇਂ ਹੱਥ ਜੋੜ ਕਰਕੇ ਮੰਗਤੇ ਬਣ ਕਰਕੇ ਸਾਨੂੰ ਜਾਚਨਾ ਕਰਨ ਦੀ ਮਹਾਰਾਜ ਸਤਿਗੁਰੂ ਜੀ ਸਿੱਖਿਆ ਦਿੰਦੇ ਆ। ਗਰੀਬ ਨਵਾਜ ਮੰਗਤਾ ਬਣਨਾ ਬੜਾ ਕਠਿਨ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੇ ਕਿਤੇ ਆਪਣੇ ਦਰ ਦਾ ਮੰਗਤਾ ਹੀ ਬਣਾ ਲੈਣ ਤਾਂ ਫਿਰ ਸਾਧ ਸੰਗਤ ਜੀ ਉਹ ਜੀ ਨਿਹਾਲ ਹੋ ਜਾਂਦਾ ਹੈ, ਕਿਉਂਕਿ ਮੰਗਤੇ ਦੀ ਲਾਜ ਮਾਲਕ ਨੂੰ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਬੇਨਤੀ ਕਰਨ ਦੀ ਜਾਚ ਸ਼ਲੋਕ ਵਿੱਚ ਦੱਸਦੇ ਹੈ। ਫਿਰਤ ਫਿਰਤ ਪ੍ਰਭ ਆਇਆ। ਹੇ ਪ੍ਰਭੂ, ਮੈਂ ਪਤਾ ਨਹੀਂ ਕਿੰਨੀਆਂ ਕੁ ਜੁਮਨਾਂ ਵਿੱਚੋਂ ਫਿਰਦਾ ਫਿਰਦਾ ਇਸ ਮਨੁੱਖਾ ਜਨਮ ਵਿੱਚ ਮਹਾਰਾਜ ਆਇਆ ਹਾਂ। ਪਰਿਆ ਤੋ ਸਰਨਾਏ। ਮਹਾਰਾਜ ਹੁਣ ਮੈਂ ਆਪ ਦੀ ਸ਼ਰਨ ਵਿੱਚ ਪੈ ਗਿਆ। ਸੱਚੇ ਪਾਤਸ਼ਾਹ ਸਾਰੀਆਂ ਥਾਵਾਂ ਛੱਡ ਕਰਕੇ, ਸਾਰੇ ਆਸਰੇ ਛੱਡ ਕਰਕੇ ਮਹਾਰਾਜ ਮੈਂ ਆਪ ਦੀ ਸ਼ਰਨ ਵਿੱਚ ਪਿਆ ਹਾਂ, ਮਨੁੱਖਾ ਜਨਮ ਪਾ ਕਰਕੇ। ਨਾਨਕ ਕੀ ਪ੍ਰਭ ਬੇਨਤੀ। ਹੇ ਪ੍ਰਭੂ, ਹੇ ਵਾਹਿਗੁਰੂ, ਧੰਨ ਗੁਰੂ ਅਰਜਨ ਸਾਹਿਬ ਜੀ ਹਜੂਰ ਕਹਿੰਦੇ ਆ, ਸਾਡੀ ਤਾਂ ਮਹਾਰਾਜ ਆਪ ਦੇ ਚਰਨਾਂ 'ਚ ਇਹੀ ਬੇਨਤੀ ਹੈ। ਆਪਣੀ ਭਗਤੀ ਲਾਏ। ਮਹਾਰਾਜ ਸਾਨੂੰ ਆਪਣੀ ਪ੍ਰੇਮਾ ਭਗਤੀ 'ਚ ਲਾ ਲਓ। ਮਹਾਰਾਜ ਮਨੁੱਖਾ ਜਨਮ ਇਹ ਵਾਰੀ ਮਿਲੀ ਹੈ ਮਹਾਰਾਜ, ਇਹ ਬੜੀ ਦੁਰਲੱਭ ਹੈ। ਆਪ ਨੇ ਹੀ ਆਪਣੀ ਬਾਣੀ ਵਿੱਚ ਦੱਸਿਆ ਕਿ ਇਹ ਮੌਕਾ ਫਿਰ ਹੱਥ ਨਹੀਂ ਆਉਂਦਾ। ਮਹਾਰਾਜ ਮੈਂ ਤਾਂ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਵਿੱਚ ਭਟਕਿਆ ਹਾਂ। ਸੱਚੇ ਪਾਤਸ਼ਾਹ ਹੁਣ ਆਪ ਦੀ ਸ਼ਰਨ 'ਚ ਪੈ ਗਿਆ ਤੇ ਕਿਰਪਾ ਕਰਕੇ ਮਹਾਰਾਜ ਮੈਨੂੰ ਆਪਣੀ ਭਗਤੀ ਦੀ ਦਾਤ ਦੇ ਦਿਓ। ਮਹਾਰਾਜ ਜੇ ਹੁਣ ਨਹੀਂ ਤਾਂ ਕਦੋਂ ਬਖਸ਼ਿਆ ਜਾਵਾਂਗਾ, ਫਿਰ 84 ਦੇ ਗੇੜ 'ਚ ਪੈ ਜਾਵਾਂਗਾ। ਸੱਚੇ ਪਾਤਸ਼ਾਹ ਆਪ ਦੇ ਦਰ ਤੇ ਪਏ ਹੋਏ ਦੀ ਆਪ ਨੂੰ ਹੀ ਲਾ ਜਾਣਾ। ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਮੈਨੂੰ ਆਪਣੀ ਭਾਵ ਭਗਤੀ ਦੀ ਦਾਤ ਦਿਓ। ਮਹਾਰਾਜ ਭਗਤੀ ਵਿੱਚ ਲਾ ਲਓ ਸਾਨੂੰ ਕਿਰਪਾ ਕਰਕੇ, ਤਾਂ ਜੋ ਸਾਡਾ ਮਿਲਿਆ ਹੋਇਆ ਮਨੁੱਖਾ ਜਨਮ ਸਫਲ ਹੋ ਜਾਵੇ। ਇਸੇ ਪ੍ਰਕਾਰ ਹੀ ਫਿਰਤ ਫਿਰਤ ਪ੍ਰਭ ਆਇਆ। ਸਾਧ ਸੰਗਤ ਜੀ ਫਿਰਤ ਦਾ ਅਰਥ ਹੈ ਭਟਕਣਾ। ਜਦੋਂ ਸੋਝੀ ਨਾ ਹੋਵੇ, ਅਗਿਆਨ ਕਾਲ ਵਿੱਚ ਜਦੋਂ ਗੁਰੂ ਜੀ ਦੀ ਸ਼ਰਨ ਨਹੀਂ ਅਜੇ ਲਈ ਹੁੰਦੀ, ਜਦੋਂ ਅਜੇ ਸਤਸੰਗਤ ਵਿੱਚ ਨਹੀਂ ਜੁੜਿਆ, ਜੀਵਨ ਬਹੁਤ ਜ਼ਿਆਦਾ ਭੈੜਾ ਹੁੰਦਾ ਤੇ ਜੀਵ ਫਿਰਦੇ ਆ, ਭਟਕਦੇ ਆ। ਤੇ ਜਦੋਂ ਗੁਰੂ ਜੀ ਦੀ ਸ਼ਰਨ ਵਿੱਚ ਆ ਜਾਂਦਾ ਹੈ, ਫਿਰ ਪੜ੍ਹਦੇ ਹੋ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਾ ਸਰਨਾਏ। ਜਦੋਂ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਕਰਕੇ ਪਿਆ ਨਾ, ਫਿਰ ਪਤਾ ਲੱਗਾ ਕਿ ਉਹ ਸਾਰਾ ਜਨਮ ਤਾਂ ਫਿਰਦਾ ਹੀ ਰਿਹਾ। ਜਦੋਂ ਫਿਰਦਾ ਸੀ ਉਦੋਂ ਨਹੀਂ ਪਤਾ, ਜਦੋਂ ਭਟਕਦਾ ਸੀ ਉਦੋਂ ਨਹੀਂ ਸੀ ਪਤਾ ਕਿ ਭਟਕਣਾ ਵਿੱਚ ਪਿਆ ਹੋਇਆ। ਜਦੋਂ ਪਰਿਆ ਤੋ ਸ਼ਰਨ ਆਏ, ਮਹਾਰਾਜ ਜਦੋਂ ਤੇਰੀ ਸ਼ਰਨ ਆ ਕੇ ਪੈ ਗਿਆ ਨਾ, ਭਟਕਦਾ ਭਟਕਦਾ, ਕਿਉਂਕਿ ਜਦੋਂ ਭਟਕਦੇ ਸੀ ਕਿ ਭਟਕਦਿਆਂ ਫਿਰ ਪੂਰੇ ਗੁਰੂ ਜੀ ਦੀ ਸ਼ਰਨ ਪ੍ਰਾਪਤ ਹੋ ਗਈ ਤੇ ਪਤਾ ਲੱਗ ਗਿਆ ਕਿ ਮੈਂ ਪਹਿਲੋਂ ਭਟਕ ਰਿਹਾ ਸੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਗਿਆਨ ਬਖਸ਼ਿਸ਼ ਕੀਤਾ ਨਾ ਸ਼ਰਨ ਪਏ ਨੂੰ, ਉਦੋਂ ਪਤਾ ਲੱਗਾ ਕਿ ਬਹੁਤ ਜ਼ਿਆਦਾ ਮੈਂ ਤਾਂ ਭਟਕਿਆ। ਜਦੋਂ ਭੱਟ ਵੀ ਗੁਰੂ ਅਰਜਨ ਸਾਹਿਬ ਦੀ ਸ਼ਰਨ ਵਿੱਚ ਆਏ ਸੀ ਨਾ, ਤੇ ਉਹਨਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਪਤਾ ਲੱਗ ਗਿਆ ਕਿ ਅਸੀਂ ਭਟਕਦੇ ਰਹੇ ਹਾਂ। ਉਹਨਾਂ ਨੇ ਕੀ ਕਿਹਾ ਸੀ, ਮਹਾਰਾਜ ਦਾ ਦਰਸ਼ਨ ਵੇਖ ਕੇ ਕਹਿੰਦੇ ਸੀ, ਰਹਿਓ ਸੰਤ ਹਉ ਟੋਲ, ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀਐ, ਮੁਖੋਂ ਇਹ ਪੰਡਤ ਮਿੱਠੇ, ਬਰਸ ਏਕ ਹਉ ਫਿਰ ਆਓ, ਕਿਨਹੁ ਨ ਪਰਚਉ ਲਾਇਓ,
कहतिया कहती सुनी रहत को खुशी ना आयो। ਕਹਿੰਦੇ ਮਹਾਰਾਜ ਭਟਕਦੇ ਰਹੇ, ਫਿਰਿਓ ਸ਼ਬਦ ਕਿਹਾ ਨਾ ਇਹਦੇ ਵਿੱਚ ਵੀ, ਬਰਸ ਏਕ ਹਉ ਫਿਰਿਓ, ਫਿਰਤ ਫਿਰਤ ਪ੍ਰਭ ਆਇਆ। ਮਹਾਰਾਜ ਅਸੀਂ ਭਟਕਦੇ ਰਹੇ, ਇਹ ਇੱਕ ਸਾਲ ਕਿਹਾ। ਦੇਵਤਿਆਂ ਦਾ 1 ਸਾਲ ਮਨੁੱਖਾਂ ਦੇ 12 ਸਾਲ ਵਰਗਾ ਮੰਨਿਆ ਜਾਂਦਾ। 12 ਸਾਲ ਭਟਕਦੇ ਰਹੇ ਤੇ ਕਾਹਦੇ ਕਰਕੇ ਭਟਕਦੇ ਸੀ ਕਿ ਆਤਮਕ ਸ਼ਾਂਤੀ ਪ੍ਰਾਪਤ ਹੋਵੇ, ਭਗਵਾਨ ਦੀ ਪ੍ਰਾਪਤੀ ਹੋਵੇ। ਥਾਵਾਂ ਥਾਵਾਂ ਤੇ ਫਿਰੇ ਤੇ ਫਿਰਦੇ ਫਿਰਦੇ ਕਿੱਥੇ ਆ ਗਏ? ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਗਏ, ਜਿੱਥੇ ਹਜ਼ੂਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਲਿਖਵਾ ਰਹੇ ਆ। ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਗਏ। ਭਟਕਦੇ ਭਟਕਦੇ ਜਦੋਂ ਮਹਾਰਾਜ ਜੀ ਦਾ ਦਰਸ਼ਨ ਵੇਖਿਆ ਨਾ, ਪਰਿਆ ਤਉ ਸਰਨ ਆਏ, ਜਦੋਂ ਮਹਾਰਾਜ ਦੀ ਸ਼ਰਨ ਵਿੱਚ ਆ ਕਰਕੇ ਪੈ ਗਏ ਤੇ ਪਤਾ ਲੱਗ ਗਿਆ ਕਿ ਮਹਾਰਾਜ ਅਸੀਂ ਤਾਂ ਬੜੀਆਂ ਹੀ ਠੋਕਰਾਂ ਖਾਧੀਆਂ ਨੇ। ਮਹਾਰਾਜ ਬੜੇ ਪਖੰਡੀਆਂ ਦੇ ਟੇਟੇ ਚੜੇ ਰਹੇ ਆ। ਉਹ ਤਾਂ ਬ੍ਰਹਮ ਗਿਆਨ ਦੀਆਂ ਗੱਲਾਂ ਹੀ ਕਰਦੇ ਸੀ ਮਹਾਰਾਜ, ਉਹਨਾਂ ਕੋਲ ਬ੍ਰਹਮ ਗਿਆਨ ਦੀ ਕਣੀ ਨਹੀਂ ਸੀ, ਵਾਹਿਗੁਰੂ ਨਾਮ ਦੀ ਸ਼ਾਂਤੀ ਨਹੀਂ ਸੀ ਉਹਨਾਂ ਕੋਲ। ਮਹਾਰਾਜ ਅਸੀਂ ਤਾਂ ਭਟਕਦੇ ਭਟਕਦੇ ਹੁਣ ਮਹਾਰਾਜ ਆਪ ਦੀ ਸ਼ਰਨ ਵਿੱਚ ਆਏ ਆ। ਸੱਚੇ ਪਾਤਸ਼ਾਹ ਸਾਡੀ ਇਹ ਬੇਨਤੀ ਆਪ ਪ੍ਰਵਾਨ ਕਰੋ। ਨਾਨਕ ਕੀ ਪ੍ਰਭ ਬੇਨਤੀ। ਹੇ ਪ੍ਰਭੂ ਵਾਹਿਗੁਰੂ, ਧੰਨ ਗੁਰੂ ਅਰਜਨ ਸਾਹਿਬ ਜੀ ਸਾਨੂੰ ਬੇਨਤੀ ਕਰਨ ਦੀ ਜਾਚ ਸਿਖਾਉਂਦੇ। ਮਹਾਰਾਜ ਸਾਡੀ ਇਹ ਬੇਨਤੀ ਆਪ ਦੇ ਚਰਨਾਂ ਵਿੱਚ ਆਪਣੀ ਭਗਤੀ ਲਾਏ। ਮਹਾਰਾਜ ਮਿਹਰ ਕਰਕੇ ਆਪਣੀ ਭਗਤੀ ਦਾ ਪਿਆਰ ਲਾ ਲਓ। ਸਤਿਗੁਰੂ ਜੀ ਮਿਹਰ ਕਰੋ ਮਹਾਰਾਜ। ਮੇਰਾ ਪਖੰਡ ਵਾਲਾ ਹੀ ਜੀਵਨ ਹੈ, ਫਿੱਕਾ ਹੀ ਹੈ ਮਹਾਰਾਜ, ਦਿਖਾਵੇ ਦਾ ਮੈਂ ਗੁਰਮੁਖ ਬਣਿਆ। ਮਹਾਰਾਜ ਮੇਰਾ ਜਪਜੀ ਸਾਹਿਬ ਪੜ੍ਹਦਿਆਂ ਚਿੱਤ ਨਹੀਂ ਭਿੱਜਦਾ। ਸੱਚੇ ਪਾਤਸ਼ਾਹ ਮੈਨੂੰ ਰਸ ਨਹੀਂ ਆਉਂਦਾ। ਗਰੀਬ ਨਵਾਜ ਆਪ ਕਿਰਪਾ ਕਰੋ। ਹੁਣ ਨਹੀਂ ਤਾਂ ਕਦੋਂ ਮਹਾਰਾਜ, ਆਪ ਦੇ ਕੋਲ ਤਾਂ ਸਭ ਕੁਝ ਹੈ। ਸੱਚੇ ਪਾਤਸ਼ਾਹ ਜੀ ਆਪ ਮਾਲਕ ਹੋ। ਗਰੀਬ ਨਵਾਜ ਕਿਰਪਾ ਕਰਕੇ ਆਪਣੀ ਭਗਤੀ ਲਾ ਲਓ। ਮਿਹਰ ਕਰੋ ਸੱਚੇ ਪਾਤਸ਼ਾਹ ਜੀ। ਵੱਡੇ ਵੱਡੇ ਪਾਪਾਂ ਨੂੰ ਆਪ ਨਾਸ਼ ਕਰਨ ਵਾਲੇ ਹੋ ਮਹਾਰਾਜ। ਮੇਰੇ ਕੀਤੇ ਕਿਲਵਿਖ ਪਾਪ ਸਾਰੇ ਨਾਸ਼ ਕਰਕੇ ਆਪਣੀ ਭਾਵ ਭਗਤੀ ਦਾ ਪਿਆਰ ਮਹਾਰਾਜ ਸਾਨੂੰ ਲਾ ਲਓ। ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ। ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਅਸ਼ਟਪਦੀ ਵਿੱਚ ਟੀਕਾ ਕਰਦੇ ਆ ਹਜੂਰ ਸ਼ਲੋਕ ਦਾ। ਜਾਚਕ ਜਨ ਜਾਚੈ ਪ੍ਰਭ ਦਾਨ। ਹੇ ਪ੍ਰਭੂ ਅਸੀਂ ਆਪ ਦੇ ਕੋਲੋਂ ਇੱਕ ਦਾਨ ਮੰਗਦੇ ਹਾਂ, ਜਾਚਕ ਬਣ ਕੇ, ਮੰਗਤੇ ਬਣ ਕਰਕੇ। ਜਦੋਂ ਮੰਗਤਾ ਬਣ ਜਾਈਏ ਨਾ, ਮੰਗਤੇ ਦਾ ਕੋਈ ਮਾਣ ਨਹੀਂ ਹੁੰਦਾ, ਸਾਰਾ ਮਾਣ ਗਵਾ ਕੇ ਮੰਗਤਾ ਬਣਿਆ ਜਾਂਦਾ ਹੈ। ਪਹਿਲਾਂ ਕਈ ਸੰਪਰਦਾਵਾਂ ਦੇ ਅੰਦਰ ਜਦੋਂ ਬ੍ਰਹਮ ਵਿਦਿਆ ਪੜ੍ਹਨ ਲਈ ਕੋਈ ਜਗਿਆਸੂ ਆਉਂਦਾ ਨਾ, ਇਹ ਸਾਧ ਸੰਗਤ ਜੀ ਸਤਿਪੁਰਖ ਪਰਖਦੇ ਹੁੰਦੇ ਆ। ਤੇ ਇੱਕ ਮਹਾਂਪੁਰਸ਼ ਸੀਗੇ, ਉਹਨਾਂ ਕੋਲ ਆਇਆ ਕੋਈ ਪ੍ਰੇਮੀ, ਕਹਿੰਦਾ ਮਹਾਰਾਜ ਮੈਂ ਬ੍ਰਹਮ ਵਿਦਿਆ ਪੜ੍ਹਨੀ ਹੈ, ਮੈਂ ਪਰਮੇਸ਼ਰ ਦੇ ਨਾਮ ਦਾ ਪ੍ਰਸਾਦ ਪ੍ਰਾਪਤ ਕਰਨਾ। ਸੀਗੇ ਮਹਾਂਪੁਰਖ ਕਮਾਈ ਵਾਲੇ, ਕਹਿੰਦੇ ਐਂ ਕਰ ਤੂੰ ਫਿਰ ਅੰਮ੍ਰਿਤਸਰ ਅੱਡੇ ਦੇ ਵਿੱਚ ਖਲੋ ਕੇ ਨਾ ਠੂਠਾ ਫੜ ਕੇ ਪਹਿਲਾਂ ਭੀਖ ਮੰਗ। ਭਾਵੇਂ ਕਿ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਪਾਂ ਦੂਸਰੇ ਪ੍ਰਕਰਣ 'ਚ ਵੇਖੀਏ ਨਾ ਤਾਂ ਆਪਣਾ ਸਿੱਖ ਮਹਾਰਾਜ ਜੀ ਨੇ ਦਾਤਾ ਬਣਾਇਆ। ਪਰ ਦਾਤਾ ਉਦੋਂ ਬਣਦਾ ਜਦੋਂ ਗੁਰੂ ਸਾਹਿਬ ਦਾ ਮੰਗਤਾ ਬਣ ਜਾਵੇ। ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਦਰ ਦਾ ਮੰਗਤਾ ਬਣ ਜਾਵੇ ਨਾ ਤੇ ਹਜੂਰ ਖੈਰ ਪਾ ਦੇਣ, ਫਿਰ ਤਾਂ ਦੁਨੀਆ ਦਾ ਕੋਈ ਬਾਦਸ਼ਾਹ ਉਹਦੀ ਬਰਾਬਰਤਾ ਨਹੀਂ ਕਰ ਸਕਦਾ। ਪਰ ਮੰਗਤਾ ਬਣਨਾ ਬੜਾ ਔਖਾ ਹੈ। ਬੜੇ ਚੰਗੇ ਘਰ ਤੋਂ ਸੀਗਾ, ਪਰ ਮਹਾਂਪੁਰਖਾਂ ਦਾ ਬਚਨ ਮੰਨ ਕੇ ਮਾਣ ਗਵਾ ਕੇ ਭੀਖ ਮੰਗੀ। ਫਿਰ ਉਹਨਾਂ ਵੇਖਿਆ ਕਿ ਭਾਈ ਇਹ ਆਪਣਾ ਮਾਣ ਗਵਾ ਗਿਆ, ਫਿਰ ਉਸ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਤੇ ਜਦੋਂ ਇਉਂ ਮਾਣ ਗਵਾ ਕੇ ਕਮਾਈ ਕਰੀਏ ਨਾ, ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਤਰੁੱਠਦੇ ਆ
ਮਿਹਰ ਕਰਦੇ ਹੈ। ਇਹ ਦ੍ਰਿਸ਼ਟਾਂਤ ਹੁੰਦੇ ਆ ਸਮਝਣ ਨੂੰ ਕਿ ਕੀ ਅਸੀਂ ਆਪਣਾ ਮਾਣ ਭਲਾ ਗਵਾ ਸਕਦੇ ਹਾਂ। ਜਦੋਂ ਸਾਡੇ ਮਾਣ ਨੂੰ ਚੋਟ ਵੱਜਦੀ ਹੈ ਉਸੇ ਵੇਲੇ ਅਸੀਂ ਸਮਾਜ ਦੇ ਅੰਦਰ ਬਹੁਤ ਜ਼ਿਆਦਾ ਗੰਧਲਾਪੁਣਾ ਪੈਦਾ ਕਰ ਦਿੰਦੇ। ਆਪਣੇ ਮਾਣ ਨੂੰ ਸੱਟ ਨਹੀਂ ਅਸੀਂ ਮਰਵਾ ਸਕਦੇ, ਆਪਣਾ ਮਾਣ ਨਹੀਂ ਗਵਾਇਆ ਜਾਂਦਾ। ਸਤਿਗੁਰੂ ਜੀ ਕਹਿੰਦੇ ਆ ਜਾਚਕ ਜਨ ਜਾਚੈ ਪ੍ਰਭ ਦਾਨ। ਮਹਾਰਾਜ ਅਸੀਂ ਆਪ ਦੇ ਦਰ ਦੇ ਜਾਚਕ ਬਣ ਕਰਕੇ, ਮੰਗਤੇ ਬਣ ਕਰਕੇ ਮਹਾਰਾਜ ਆਪ ਦੇ ਕੋਲੋਂ ਦਾਨ ਮੰਗਦੇ ਹਾਂ। ਕਰ ਕਿਰਪਾ ਦੇਵਹੁ ਹਰ ਨਾਮ। ਮਹਾਰਾਜ ਸਾਡੀ ਇਹ ਅਰਦਾਸ ਹੈ, ਸਾਡੇ ਤੇ ਕਿਰਪਾ ਕਰਕੇ ਸਾਨੂੰ ਆਪਣੇ ਨਾਮ ਦਾ ਦਾਨ ਦੇ ਦਿਓ। ਕਿਉਂਕਿ ਮਹਾਰਾਜ ਜੀ ਸਿਰਵੱਟੇ ਵੀ ਮਿਲ ਜਾਵੇ ਤਾਂ ਬਹੁਤਾ ਹੀ ਸਸਤਾ ਸੌਦਾ ਹੈ। ਸੱਚੇ ਪਾਤਸ਼ਾਹ ਕਿਸੇ ਵੀ ਮੁੱਲ ਬਦਲੇ ਆਪ ਦਾ ਨਾਮ ਨਹੀਂ ਮਿਲਦਾ। ਇਸ ਕਰਕੇ ਮਹਾਰਾਜ ਤੁਸੀਂ ਤਰਸ ਕਰੋ, ਸਾਨੂੰ ਦਾਨ ਦੇ ਦਿਓ। ਕਿਉਂਕਿ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮਹਾਰਾਜ ਅਸੀਂ ਤੇਰੇ ਦਰ ਦੇ ਮੰਗਤੇ ਹਾਂ, ਭਿਖਾਰੀ ਹਾਂ। ਸੱਚੇ ਪਾਤਸ਼ਾਹ ਆਪ ਦਾਤ ਦੇਣ ਨੂੰ ਸਮਰੱਥ ਹੋ। ਕਿਉਂਕਿ ਆਪ ਜੀ ਦੀ ਬਾਣੀ ਕਹਿੰਦੀ ਹੈ ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਿਗੁਰ ਪਾਸ। ਮਹਾਰਾਜ ਸੱਚੇ ਪਾਤਸ਼ਾਹ ਆਪ ਦੇ ਕੋਲ ਇਹ ਦਾਤ ਹੈ। ਮੇਰੇ ਮਹਾਰਾਜ ਸੱਚੇ ਪਾਤਸ਼ਾਹ ਕੋਈ ਮੰਗਣ ਵਿੱਚ ਫਰਕ ਵੈ ਨਾ, ਮੇਰੇ ਮਾਣ ਨੂੰ ਨਹੀਂ ਮੈਂ ਗਵਾ ਸਕਿਆ। ਆਪ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ, ਮੈਨੂੰ ਨਾਮ ਦਾ ਦਾਨ ਦੇ ਦਿਓ, ਨਾਮ ਦੀ ਖੈਰ ਦੇ ਦਿਓ। ਫਰੀਦ ਜੀ ਨੇ ਕਿੰਨੀ ਨਿਮਰਤਾ ਨਾਲੇ ਵਾਕ ਕਹੇ ਹੈ, ਤੇਰੀ ਪਨੈ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਮਹਾਰਾਜ ਮੈਨੂੰ ਤਾਂ ਬੰਦਗੀ ਦੀ ਖੈਰ ਪਾਓ। ਇਹ ਸਾਧ ਸੰਗਤ ਜੀ ਮੰਗਣਾ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਜੂਰ ਪਲੰਗੇ ਦੇ ਬੈਠੇ ਪ੍ਰਸ਼ਾਦਾ ਛਕ ਰਹੇ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਇੱਕ ਕੂਕਰ ਪੂਛ ਮਾਰਦਾ ਹੋਇਆ ਮਹਾਰਾਜ ਜੀ ਨੇ ਹਜੂਰ ਨੇ ਆਪਣਾ ਸੀਤ ਪ੍ਰਸਾਦ ਦਾ ਟੁਕੜਾ ਜਿਹੜਾ ਸੀ ਨਾ ਉਹ ਕੁੱਤੇ ਦੇ ਅੱਗੇ ਸਿੱਟ ਦਿੱਤਾ ਤੇ ਉਸ ਨੇ ਬੜੇ ਪੂਛ ਮਾਰਦਿਆਂ ਚਾਅ ਨਾਲ ਉਹ ਰੋਟੀ ਦਾ ਟੁਕੜਾ ਜਿਹੜਾ ਸੀ ਨਾ ਕੂਕਰ ਨੇ ਛਕ ਲਿਆ। ਪਲੰਗੇ ਦੇ ਇੱਕ ਪਾਸੇ ਭਾਈ ਨੰਦ ਲਾਲ ਜੀ ਬੈਠੇ ਐ, ਦੋਵੇਂ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਆਖਿਆ, ਗਰੀਬ ਨਵਾਜ ਇੱਕ ਆਪ ਦੇ ਦਰ ਦਾ ਕੂਕਰ ਇੱਧਰ ਵੀ ਬੈਠਾ ਹੈ। ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਆ, ਭਾਈ ਨੰਦ ਲਾਲ ਜੀ ਮਹਾਰਾਜ ਆਪ ਦੇ ਦਰ ਦਾ ਇੱਕ ਕੂਕਰ ਇੱਧਰ ਵੀ ਬੈਠਾ, ਮੈਨੂੰ ਵੀ ਇੱਕ ਟੁਕੜਾ ਪਾਓ। ਸਤਿਗੁਰੂ ਜੀ ਹੱਸ ਕੇ ਕਹਿੰਦੇ ਆ, ਨੰਦ ਲਾਲ ਜੀ ਗੁਰੂ ਨਾਨਕ ਸਾਹਿਬ ਦੇ ਦਰ ਦਾ ਕੂਕਰ ਬਣਨਾ ਬੜਾ ਔਖਾ ਹੈ, ਬੜਾ ਕਠਨ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਸ਼ਬਦ ਕਹੇ ਹੈ ਤੇ ਸਾਧ ਸੰਗਤ ਜੀ ਕੂਕਰ ਜਿਹੜਾ ਨਾ ਉਹ ਸਦਾ ਮਾਲਕ ਦਾ ਵਫਾਦਾਰ ਰਹਿੰਦਾ। ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਤੇ ਅਸੀਂ ਤਾਂ ਕੂਕਰ ਵੀ ਨਹੀਂ ਮਹਾਰਾਜ ਤੇਰੇ ਬਣ ਸਕੇ। ਜਦੋਂ ਦੁੱਖ ਲੱਗਦਾ ਝਾਟੀ ਕਿਤੇ ਹੋਰ ਭੱਜ ਜਾਂਦੇ ਆ, ਤੇਰੇ ਤੇ ਮਹਾਰਾਜ ਸਾਡੀ ਸ਼ਰਧਾ ਹੀ ਨਹੀਂ ਟਿਕੀ ਰਹਿੰਦੀ। ਅਸੀਂ ਤਾਂ ਐਵੇਂ ਦਿਖਾਵਾ ਹੀ ਬਣਾਇਆ ਹੋਇਆ ਹੈ ਕਿ ਅਸੀਂ ਤੇਰੇ ਸਿੱਖ ਹਾਂ। ਟੇਕ ਸਾਡੀ ਮਹਾਰਾਜ ਜੋੜੀ ਹੋਈ ਮਾਇਆ ਤੇ ਹੈ, ਟੇਕ ਸਾਡੀ ਮਹਾਰਾਜ ਮਿੱਤਰਾਂ ਸੰਬੰਧੀਆਂ ਤੇ ਹੈ। ਕਹਿਣ ਨੂੰ ਅਸੀਂ ਕਹੀ ਜਾਂਦੇ ਹਾਂ ਕਿ ਤੇਰੇ ਦਰ ਦੇ ਕੂਕਰ ਹਾਂ। ਹਜੂਰ ਨੇ ਨੰਦ ਲਾਲ ਜੀ ਜਿਨ੍ਹਾਂ ਨੂੰ ਇੰਨਾ ਪਿਆਰ ਲਾਤਾ ਉਹਨਾਂ ਨੂੰ ਇਹ ਸ਼ਬਦ ਕਹੇ ਕਿ ਭਾਈ ਨੰਦ ਲਾਲ ਗੁਰੂ ਨਾਨਕ ਸਾਹਿਬ ਦੇ ਦਰ ਦਾ ਕੂਕਰ ਬਣਨਾ ਬੜਾ ਦੁਸਤਰ ਹੈ, ਬੜਾ ਕਠਨ ਹੈ। ਸਤਿਗੁਰੂ ਜਿਹਨੂੰ ਮਿਹਰ ਕਰਦੇ ਆ ਉਹਨੂੰ ਇਹ ਦਾਤ ਦੇ ਦਿੰਦੇ ਆ। ਇੰਨੀ ਗਰੀਬੀ ਜਦੋਂ ਆ ਜਾਵੇ ਨਾ ਸਤਿਗੁਰੂ ਜੀ ਦੀ ਬਖਸ਼ਿਸ਼ ਉਸੇ ਵੇਲੇ ਪ੍ਰਾਪਤ ਹੋ ਜਾਂਦੀ। ਜਦੋਂ ਸਾਲਸਰਾਏ ਜੌਹਰੀ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ, ਕੀ ਸਿਖਾਇਆ ਸੀ? ਮਹਾਰਾਜ ਨਿਮਰਤਾ ਸਿਖਾਈ ਸੀ। ਜਦੋਂ ਆ ਕੇ ਮੱਥਾ ਟੇਕਿਆ ਸੀ ਨਾ ਉਹਨੇ ਨੌਕਰ ਸਮੇਤ, ਤੇ ਭਾਈ ਵੀਰ ਸਿੰਘ ਸਾਹਿਬ ਨੇ ਉਹਨਾਂ ਦੇ ਨੌਕਰ ਦਾ ਨਾਮ ਅਧਰਕਾ ਲਿਖਿਆ। ਹਜੂਰ ਦੇ ਚਰਨਾਂ ਨੂੰ ਪਰਸਦੇ ਹੀ ਅਧਰਕੇ ਨੂੰ ਗਿਆਨ ਹੋ ਗਿਆ, ਲਿਵ ਲੱਗ ਗਈ। ਤੇ ਸਾਲਸਰਾਏ ਨੇ ਹੱਥ ਜੋੜ ਕੇ ਉਹਦੀ ਅਵਸਥਾ ਵੇਖੀ ਨਾ ਜਦੋਂ ਆਪਦੇ ਨੌਕਰ ਦੀ, ਹਜੂਰ ਨੂੰ ਆਖਿਆ, ਮਹਾਰਾਜ ਇਹ ਤਾਂ ਮੇਰਾ ਨੌਕਰ ਹੈ, ਮੇਰੇ ਤੇ ਕਿਰਪਾ ਕਰੋ। ਸਤਿਗੁਰੂ ਜੀ ਕਹਿੰਦੇ, ਚੰਗਾ ਜੇ ਕਿਰਪਾ ਲੈਣੀ ਹੈ ਤੇ ਨੌਕਰ ਦੇ ਚਰਨ ਪਕੜ ਲੈ। ਨਿਮਰਤਾ ਸਿਖਾਈ ਨਾ, ਜਾਚਕ ਬਣਨਾ ਸਿਖਾਇਆ।
ਉਹਨੂੰ ਮਾਲਕ ਪੁਣੇ ਦਾ ਸੀ ਕਿ ਮੈਂ ਮਾਲਕ ਵਾਂ, ਇਹ ਨੌਕਰ ਵੈ। ਉੱਥੇ ਤਾਂ ਕੋਈ ਨਹੀਂ, ਉਹਾਂ ਸਮ ਠਾਕੁਰ ਸਮ ਚੇਰਾ। ਜਿੱਥੇ ਮਹਾਰਾਜ ਪਹੁੰਚਾਉਣਾ ਉੱਥੇ ਕੋਈ ਮਾਲਕ ਨੌਕਰ ਹੈ ਹੀ ਨਹੀਂ। ਕੋਈ ਭਾਵ ਦੁਸ਼ਮਣ ਮਿੱਤਰ, ਚੰਗਾ ਮਾੜਾ, ਜ਼ਹਿਰ ਅੰਮ੍ਰਿਤ ਸਭ ਇੱਕੋ ਉੱਥੇ ਹੋ ਜਾਂਦਾ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਇਹ ਵਾਕ ਕਹੇ ਨਾ, ਸਾਲਸਰਾਏ ਜੌਹਰੀ ਨੇ ਆਖਿਆ, ਮਹਾਰਾਜ ਆਪ ਜੀ ਦੀ ਕਿਰਪਾ ਲੈਣ ਵਾਸਤੇ ਜੇ ਕਹਿੰਦੇ ਨਾ ਕੁੱਤੇ ਦੇ ਚਰਨ ਪਕੜ ਲੈ ਤਾਂ ਮੈਂ ਤਾਂ ਉਹਦੇ ਚਰਨ ਪਕੜ ਲੈਣੇ ਸੀ, ਇਹ ਫਿਰ ਮੇਰਾ ਨੌਕਰ ਹੈ। ਸਾਲਸਰਾਏ ਆਪਣੇ ਨੌਕਰ ਦੇ ਚਰਨ ਹੀ ਪੈ ਗਿਆ। ਹਜੂਰ ਆਪਣੇ ਗਲ ਵਿੱਚ 2.5 ਗਜ ਦਾ ਸਾਫਾ ਰੱਖਿਆ ਕਰਦੇ ਸੀ। ਮਹਾਰਾਜ ਜੀ ਨੇ ਉਹ ਸਾਲਸਰਾਏ ਜੌਹਰੀ ਦੇ ਗਲ ਪਾ ਕੇ ਸਤਿਗੁਰਾਂ ਜੀ ਨੇ ਬ੍ਰਹਮ ਗਿਆਨ ਦੀ ਬਖਸ਼ਿਸ਼ ਦਿੱਤੀ। ਆਖਿਆ, ਸਾਲਸਰਾਏ ਤੂੰ ਧੰਨ ਹੋਇਓ, ਤੈਨੂੰ ਨਿਰੰਕਾਰ ਨੇ ਨਵਾਜਿਆ ਏ। ਸਤਿਗੁਰਾਂ ਜੀ ਨੇ ਫਿਰ ਇਹ ਵਾਕ ਕਹੇ ਸੀ ਕਿ ਤੇਰੀ ਉਮਰ ਥੋੜੀ ਹੈ ਤੇ ਪਰਿਵਾਰ ਦਾ ਮੋਹ ਕਰਕੇ ਸਾਡੀ ਇਹ ਬਖਸ਼ਿਸ਼ ਕੀਤੀ ਹੋਈ ਆਪਣੇ ਪਰਿਵਾਰ 'ਚ ਨਾ ਦੇਵੀਂ। ਤੂੰ ਇਸ ਥਾਂ ਦਾ ਤੈਨੂੰ ਅਸੀਂ ਮੰਜੀ ਥਾਪੀ ਹੈ ਤੇ ਜਦੋਂ ਤੂੰ ਪਰਰਬਦ ਮੁਤਾਬਕ ਸਰੀਰ ਤਿਆਗ ਦੇਂਗਾ, ਤੇਰਾ ਇਹ ਅਧਰਕਾ ਨੌਕਰ ਇਸ ਮੰਜੀ ਤੇ ਬੈਠ ਕਰਕੇ ਸਿੱਖੀ ਦਾ ਪ੍ਰਚਾਰ ਕਰੇਗਾ। ਜਿਹਨੂੰ ਸਤਿਗੁਰੂ ਜੀ ਥਾਪਦੇ ਹੈ, ਜਿਹਨੂੰ ਮਹਾਰਾਜ ਵਡਿਆਉਂਦੇ ਹੈ, ਉਹੋ ਹੀ ਸੰਸਾਰ ਦੇ ਅੰਦਰ ਮਾਣ ਪਾਉਂਦਾ ਹੈ। ਸੱਚੇ ਪਾਤਸ਼ਾਹ ਜਾਚਕ ਜਨ ਜਾਚੈ ਪ੍ਰਭ ਦਾਨ। ਹੇ ਪ੍ਰਭੂ, ਅਸੀਂ ਜਾਚਕ ਬਣ ਕੇ, ਮੰਗਤੇ ਬਣ ਕਰਕੇ ਆਪ ਦੇ ਕੋਲੋਂ ਦਾਨ ਮੰਗਦੇ ਹਾਂ। ਮਹਾਰਾਜ ਸਾਡੀ ਝੋਲੀ ਖੈਰ ਪਾਓ, ਕਰ ਕਿਰਪਾ ਦੀਜੈ ਹਰ ਨਾਮ। ਮਹਾਰਾਜ ਕਿਰਪਾ ਕਰਕੇ ਹਰੀ ਸਾਨੂੰ ਆਪਣਾ ਨਾਮ ਬਖਸ਼ ਦਿਓ। ਸਾਧ ਜਨਾ ਕੀ ਮੰਗੋ ਧੂਰ। ਫਿਰ ਮਹਾਰਾਜ ਗਰੀਬੀ ਨਾਲ ਆਪ ਦਾ ਨਾਮ ਪ੍ਰਾਪਤ ਹੁੰਦਾ ਹੈ। ਇਹ ਇੱਕ ਹੋਰ ਸਾਨੂੰ ਦਾਤ ਦਿਓ ਕਿ ਸਾਧੂ ਜਨਾਂ ਦੀ ਮਹਾਰਾਜ ਸਾਨੂੰ ਧੂੜ ਬਖਸ਼ ਦਿਓ। ਕਿਉਂਕਿ ਜਦੋਂ ਗਰੀਬੀ ਆ ਜਾਵੇ ਨਾ, ਫਿਰ ਸਾਧ ਸੰਗਤ ਜੀ ਨਾਮ ਟਿਕਦਾ ਹੈ ਅੰਦਰ। ਤੇ ਜੇ ਗਰੀਬੀ ਨਾ ਆਵੇ, ਨਿਮਰਤਾ ਨਾ ਆਵੇ, ਨਾਮ ਦੀ ਦਾਤ ਨਹੀਂ ਟਿਕਦੀ। ਸੱਚੇ ਪਾਤਸ਼ਾਹ ਇਸ ਕਰਕੇ ਸਾਨੂੰ ਮੰਗਣ ਦੀ ਜਾਚ ਦੱਸਦੇ ਹੈ। ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ, ਸਾਧ ਜਨਾ ਕੀ ਮੰਗੋ ਧੂਰ। ਜਿਹੜੇ ਆਪ ਦੇ ਦਰ ਦੇ ਸਾਧੂ ਜਨ ਹਨ ਮਹਾਰਾਜ, ਉਹਨਾਂ ਦੇ ਚਰਨਾਂ ਦੀ ਅਸੀਂ ਧੂੜ ਮੰਗਦੇ ਹਾਂ। ਪਾਰ ਬ੍ਰਹਮ ਮੇਰੀ ਸ਼ਰਧਾ ਪੂਰ। ਹੇ ਪਾਪਾਂ ਪੁੰਨਾਂ ਤੋਂ ਪਰੇ ਵਾਹਿਗੁਰੂ, ਮਹਾਰਾਜ ਕਿਰਪਾ ਕਰਕੇ ਸਾਡੀ ਇਹ ਸ਼ਰਧਾ ਪੂਰੀ ਕਰ ਦਿਓ। ਇਹ ਸਾਡੀ ਸ਼ਰਧਾ ਹੈ। ਜਿਹਨੂੰ ਸਾਧ ਸੰਗਤ ਜੀ ਗਿਆਨ ਹੋ ਜਾਂਦਾ ਨਾ, ਉਹੋ ਹੀ ਸਾਧੂ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ। ਕਿਉਂਕਿ ਸਾਧੂ ਜਨਾਂ ਦੇ ਚਰਨਾਂ ਦੀ ਧੂੜ ਸਾਰੇ ਪਾਪਾਂ ਦੀ ਮੈਲ ਨੂੰ ਗਵਾ ਦਿੰਦੀ ਹੈ। ਧੂੜ ਤੋਂ ਹੁੰਦੀ ਹੈ ਨਿਮਰਤਾ, ਗੁਰਮੁਖਾਂ ਦੇ ਅੱਗੇ ਨਿਉ ਜਾਣਾ। ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਇੰਨੀ ਨਿਮਰਤਾ ਸਿੱਖ ਲੈਣੀ ਕਿ ਹਰੇਕ ਦੇ ਚਰਨਾਂ ਦੀ ਧੂੜ ਬਣ ਜਾਣਾ। ਮਹਾਰਾਜ ਸਾਨੂੰ ਤਾਂ ਇਹ ਕਿਰਪਾ ਕਰੋ ਕਿ ਸਾਧ ਜਨਾਂ ਕੀ ਮੰਗੋ ਧੂੜ। ਮੰਗਦੇ ਆ ਮਹਾਰਾਜ ਸਾਧੂ ਜਨਾਂ ਦੇ ਚਰਨਾਂ ਦੀ ਧੂੜ ਬਖਸ਼ੋ। ਕਿਰਪਾ ਕਰੋ ਮਹਾਰਾਜ ਸਾਡੇ ਤੇ ਇਸੇ ਪ੍ਰਕਾਰ। ਪਾਰ ਬ੍ਰਹਮ ਮੇਰੀ ਸ਼ਰਧਾ ਪੂਰ। ਇਹ ਮਹਾਰਾਜ ਸਾਡੀ ਸ਼ਰਧਾ ਏ, ਕਿਰਪਾ ਕਰਕੇ ਮਹਾਰਾਜ ਪੂਰੀ ਕਰ ਦਿਓ। ਮਿਹਰ ਕਰੋ, ਆਪਣੇ ਸਾਧੂ ਜਨਾਂ ਦੇ ਚਰਨਾਂ ਦੀ ਧੂੜ ਬਖਸ਼ ਦਿਓ। ਸਦਾ ਸਦਾ ਪ੍ਰਭ ਕੇ ਗੁਣ ਗਾਵੋ। ਫਿਰ ਮਹਾਰਾਜ ਸਦਾ ਸਦਾ ਵਾਸਤੇ ਹਰ ਵੇਲੇ ਪ੍ਰਭੂ ਆਪ ਦੇ ਗੁਣਾਂ ਨੂੰ ਅਸੀਂ ਗਾਉਂਦੇ ਰਹੀਏ। ਸਾਸ ਸਾਸ ਪ੍ਰਭ ਤੁਮਹਿ ਧਿਆਵੋ। ਹੇ ਵਾਹਿਗੁਰੂ, ਤੁਹਾਨੂੰ ਸਵਾਸ ਸਵਾਸ ਚੇਤੇ ਕਰਾਂ। ਇਹ ਦਾਤ ਦਿਓ ਕਿ ਸਵਾਸ ਗਰਾਸ ਮਹਾਰਾਜ ਆਪ ਵਿਸਰੋ ਨਾ। ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਇਹ ਵੱਡੀ ਦਾਤ ਹੈ ਸੱਚੇ ਪਾਤਸ਼ਾਹ, ਸਾਨੂੰ ਇਹੀ ਬਖਸ਼ ਦਿਓ। ਸਵਾਸ ਸਵਾਸ ਆਪ ਦਾ ਨਾਮ ਨਾ ਮਾਰਾ ਸਾਨੂੰ ਭੁੱਲੇ। ਜਦੋਂ ਸਾਧ ਸੰਗਤ ਜੀ ਨਾਮ ਵਿੱਚ ਪ੍ਰੀਤ ਕਰੀਏ ਨਾ, ਤੇ ਨਾਮ ਦੀ ਪ੍ਰੀਤ ਦੇ ਨਾਲ ਐਡੀ ਛੇਤੀ ਇਹ ਬਦਲਾਵ ਆਉਂਦਾ ਹੈ ਮਨ ਤੇ ਸਰੀਰ ਦੇ ਉੱਪਰ ਕਿ ਸਭ ਤੋਂ ਪਹਿਲਾਂ ਆਉਂਦੇ ਜਾਂਦੇ ਸਵਾਸਾਂ 'ਚ ਧਿਆਨ ਟਿਕ ਜਾਂਦਾ ਹੈ। ਜਦੋਂ ਆਉਂਦੇ ਜਾਂਦੇ ਸਵਾਸਾਂ 'ਚ ਧਿਆਨ ਟਿਕਦਾ ਹੈ ਨਾ, ਤੇ ਫਿਰ ਗੁਰ ਮੰਤਰ ਦੇ ਵਿੱਚ ਸੁਰਤ ਬਹੁਤ ਜਲਦ ਲੱਗਦੀ ਹੈ। ਜਦੋਂ ਸਵਾਸਾਂ ਦੇ ਵਿੱਚ ਧਿਆਨ ਟਿਕਿਆ ਹੋਵੇ ਤੇ ਗੁਰ ਮੰਤਰ ਸਵਾਸਾਂ ਨਾਲ ਚੱਲ ਪਵੇ
ਸੱਚੇ ਪਾਤਸ਼ਾਹ ਇੰਨੀ ਰਹਿਮਤ ਵਰਤਾਉਂਦੇ ਐ, ਫਿਰ ਤਾਂ ਕਲਾ ਹੀ ਹੋਰ ਵਰਤ ਜਾਂਦੀ ਹੈ। ਉਸ ਸੁੱਖ ਨੂੰ ਮਹਾਰਾਜ ਸਾਹਿਬ ਜੀ ਇਸੇ ਅਸ਼ਟਪਦੀ ਵਿੱਚ ਮਹਾਰਾਜ ਦੱਸਣਗੇ ਕਿ ਉਦੋਂ ਸੁੱਖ ਕੀ ਵਰਤਦਾ ਹੈ। ਕਹੇ ਜੀ ਅਸਚਰਜ ਕਲਾ ਵਰਤਦੀ ਹੈ। ਮਨ ਅਗਿਆਨ ਕਾਲ ਵਿੱਚ ਕੀ ਸਮਝਦਾ ਤੇ ਜਦੋਂ ਰਸ ਆਉਂਦਾ ਉਦੋਂ ਕੀ ਪਾਉਂਦਾ ਹੈ। ਮਹਾਰਾਜ ਇਸ ਅਸ਼ਟਪਦੀ ਵਿੱਚ ਮਹਾਰਾਜ ਦੱਸਦੇ ਹੈ ਕਿ ਜੇ ਮੰਗਤਾ ਬਣ ਕਰਕੇ ਮੰਗੀਏ ਤੇ ਜਦੋਂ ਖੈਰ ਝੋਲੀ 'ਚ ਪੈ ਜਾਂਦੀ ਹੈ ਉਦੋਂ ਕਿਵੇਂ ਨਿਹਾਲ ਹੋਈਦਾ। ਹਜ਼ੂਰ ਦੱਸਦੇ ਹਨ, ਮਹਾਰਾਜ ਕਹਿੰਦੇ ਆ ਕਿ ਬੇਨਤੀ ਕਰੋ ਵਾਹਿਗੁਰੂ ਸਾਨੂੰ ਸਵਾਸ ਸਵਾਸ ਭਜਨ ਕਰਨ ਦੀ ਦਾਤ ਦਿਓ। ਸਾਧ ਸੰਗਤ ਜੀ, ਇਹ ਐਡੀ ਭੁੱਖ ਵਾ ਨਾ, ਜੇ ਜਿਹਨੂੰ ਪ੍ਰੀਤ ਲੱਗਦੀ ਹੈ ਤੇ ਇੱਕ ਰਸਨਾ ਨਾਲ ਜਪਦਾ ਨਾ ਤਾਂ ਕਹਿੰਦੇ ਮਹਾਰਾਜ ਸਾਨੂੰ ਕਰੋੜਾਂ ਹੀ ਰਸਨਾ ਦੇ ਦੇ, ਕਰੋੜਾਂ ਰਸਨਾ ਨਾਲ ਤੇਰਾ ਨਾਮ ਜਪੀਏ। ਮਹਾਰਾਜ ਸਾਨੂੰ ਕਰੋੜਾਂ ਹੀ ਅੱਖਾਂ ਦੇ ਦੇ, ਤੇਰਾ ਦਰਸ਼ਨ ਕਰੀਏ। ਕਰੋੜਾਂ ਹੀ ਕੰਨ ਦੇ ਦੇ, ਤੇਰਾ ਮਹਾਰਾਜ ਨਾਮ ਸੁਣੀਏ। ਕਰੋੜਾਂ ਹੀ ਹੱਥ ਦੇ ਦੇ ਮਹਾਰਾਜ, ਤੇਰੀ ਟਹਿਲ ਕਰੀਏ। ਕਰੋੜਾਂ ਹੀ ਪੈਰ ਦੇ ਦੇ ਮਹਾਰਾਜ, ਚੱਲ ਕੇ ਅਸੀਂ ਤੇਰੀ ਸਤਸੰਗਤ ਵਿੱਚ ਜਾਈਏ। ਸਾਧ ਸੰਗਤ ਜੀ, ਮਨੁੱਖ ਦੇ ਹੁੰਦੇ ਤਾਂ ਦੋ ਹੀ ਹੱਥ ਹੈ, ਦੋ ਹੀ ਪੈਰ ਹੈ, ਦੋ ਹੀ ਅੱਖਾਂ, ਦੋ ਹੀ ਕੰਨ ਨੇ, ਪਰ ਇਹ ਪ੍ਰੀਤ ਦੀ ਰੀਤ ਹੈ। ਜਦੋਂ ਇਹ ਮੰਗੀਏ ਨਾ ਕਿ ਮਹਾਰਾਜ ਕਰੋੜਾਂ ਹੀ ਅੱਖਾਂ ਦੇ ਦੇ, ਫਿਰ ਸਾਧ ਸੰਗਤ ਜੀ ਸਾਰਿਆਂ ਵਿੱਚ ਦ੍ਰਿਸ਼ਟਾ ਰੂਪ ਉਹ ਆਪ ਹੀ ਦਿਸ ਪੈਂਦਾ ਹੈ। ਸਭ ਥਾਵਾਂ ਦੇ ਉੱਤੇ ਉਹ ਆਪ ਹੀ ਦਿਸਣ ਲੱਗ ਪੈਂਦਾ ਹੈ। ਫਿਰ ਕਰੋੜਾਂ ਕੰਨ ਕੀ ਹੈ, ਸਾਰੇ ਥਾਵਾਂ ਤੋਂ ਭਜਨ ਹੀ ਸੁਣਨ ਲੱਗ ਪੈਂਦਾ ਹੈ। ਕਰੋੜਾਂ ਜ਼ਬਾਨਾਂ ਕੀ ਹੈ, ਸਾਰੇ ਰੋਮ ਹੀ ਜ਼ਬਾਨਾਂ ਬਣ ਜਾਂਦੇ। ਇੰਨਾ ਨਾਮ ਦਾ ਸਵਾਦ ਤੇ ਰਸ ਬਣਦਾ। ਮਹਾਰਾਜ ਤੋਂ ਪਹਿਲੋਂ ਸਵਾਸ ਸਵਾਸ ਦਾਤ ਮੰਗੀਏ, ਕਿਉਂਕਿ ਸਵਾਸਾਂ ਦੀ ਪ੍ਰਕਿਰਿਆ ਆਪੇ ਚੱਲਦੀ ਹੈ, ਅਸੀਂ ਨਹੀਂ ਚਲਾਉਂਦੇ ਇਹਨੂੰ। ਜੇ ਮਨੁੱਖ ਆਪ ਚਲਾਉਂਦਾ ਹੋਵੇ ਤੇ ਕੌਣ ਆਪਣੇ ਪ੍ਰਾਣ ਨਾਸ਼ ਕਰਨਾ ਚਾਹੁੰਦਾ। ਇਹ ਪ੍ਰਾਣ ਅੰਦਰ ਆਪ ਵਗ ਰਹੇ ਹੈ, ਵਾਹਿਗੁਰੂ ਦੀ ਸੱਤਾ ਕਰਕੇ ਵਗ ਰਹੇ ਹੈ। ਤੇ ਜਦੋਂ ਪ੍ਰਾਣਾਂ ਵਿੱਚ ਨਾਮ ਉਤਰਦਾ ਹੈ, ਸਵਾਸਾਂ ਵਿੱਚ ਨਾਮ ਵਸਦਾ ਹੈ, ਬਿਨਾਂ ਸੋਚੇ ਤੋਂ ਹੀ ਨਾਮ ਚੱਲ ਪੈਂਦਾ ਹੈ। ਬਿਨਾਂ ਸਾਧ ਸੰਗਤ ਜੀ ਯਤਨ ਕੀਤੇ ਤੋਂ ਹੀ ਨਾਮ ਦੀ ਧੁਨ ਅੰਦਰ ਚੱਲ ਪੈਂਦੀ ਹੈ। ਇਹ ਵਿਸਮਾਦ ਹੈ, ਸੁੱਖ ਹੈ। ਇਸ ਸੁੱਖ ਦੀ ਦਾਤ ਨੂੰ ਮੰਗਣ ਲਈ ਮਹਾਰਾਜ ਸਾਨੂੰ ਆਗਿਆ ਕਰਦੇ ਹੈ ਕਿ ਗੁਰਸਿੱਖੋ, ਗੁਰੂ ਨਾਨਕ ਸਾਹਿਬ ਦੇ ਘਰ ਸਭ ਕੁਝ ਹੈ। ਸਤਿਗੁਰੂ ਜੀ ਦੇ ਕੋਲੋਂ ਇਹ ਦਾਤ ਮੰਗੋ। ਮਹਾਰਾਜ ਸਾਨੂੰ ਸਵਾਸ ਸਵਾਸ ਕਿਰਪਾ ਕਰਕੇ ਨਾਮ ਦੇ ਜਪਣ ਦੀ ਦਾਤ ਬਖਸ਼ੋ, ਤੁਹਾਡਾ ਨਾਮ ਜਪੀਏ ਸਵਾਸ ਸਵਾਸ। ਚਰਨ ਕਮਲ ਸਿਉ ਲਾਗੈ ਪ੍ਰੀਤ। ਮਹਾਰਾਜ ਆਪਦੇ ਚਰਨਾਂ ਕਮਲਾਂ ਨਾਲ ਸਾਡੀ ਪ੍ਰੀਤ ਲੱਗ ਜਾਵੇ, ਕੁਛ ਨਾ ਹੋਰ ਚੇਤਾ ਰਹੇ। ਜਿਨ੍ਹਾਂ ਨੂੰ ਪ੍ਰੀਤ ਲੱਗੀ ਹੁੰਦੀ ਹੈ ਉਹਨਾਂ ਦੇ ਨੇਤਰ ਸਰਸਬਜ ਹੋ ਜਾਂਦੇ ਹੈ, ਮਸਤਕ ਨੂਰ ਨਾਲ ਦਗ ਜਾਂਦਾ ਹੈ। ਸੱਚੇ ਪਾਤਸ਼ਾਹ ਦੇ ਚਰਨਾਂ ਦੀ ਪ੍ਰੀਤ ਦੀ ਅਸਚਰਜ ਰੀਤੀ ਹੈ। ਮਹਾਰਾਜ ਕਿਰਪਾ ਕਰੋ, ਆਪਦੇ ਚਰਨਾਂ ਕਮਲਾਂ ਨਾਲ ਸਾਡੀ ਪ੍ਰੀਤ ਲੱਗ ਜਾਵੇ। ਭਗਤ ਕਰੋ ਪ੍ਰਭ ਕੀ ਨਿਤ ਨੀਤ। ਹੇ ਨਿਤਾ ਰੂਪ ਪਰਮੇਸ਼ਰ, ਆਪਦੀ ਸਦਾ ਹੀ ਪ੍ਰੇਮਾ ਭਗਤੀ ਕਰਦੇ ਰਹੀਏ। ਮਹਾਰਾਜ ਸਾਡੀ ਇਹ ਬੇਨਤੀ ਹੈ, ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ, ਸਾਨੂੰ ਆਪਣੀ ਭਾਵ ਭਗਤੀ ਦਾ ਪ੍ਰਸ਼ਾਦ ਦਿਓ। ਫਿਰ ਪੜੋ, ਭਗਤ ਕਰੋ। ਭਗਤ ਕਰੋ ਪ੍ਰਭ ਕੀ ਨਿਤ ਨੀਤ। ਨਿਤ ਨੀਤ, ਨਿਤਾ ਪ੍ਰਤੀ ਹਰ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਰਾਤ ਦਿਨ ਆਪ ਜੀ ਦੀ ਪ੍ਰੇਮਾ ਭਗਤੀ ਵਿੱਚ ਲੱਗੇ ਰਹੀਏ। ਏਕ ਓਟ ਏਕੋ ਆਧਾਰ। ਸਤਿਗੁਰੂ ਜੀ ਕਹਿੰਦੇ ਆ, ਮਨ ਕਰਕੇ ਵੀ ਇੱਕ ਦੀ ਓਟ ਲਓ ਤੇ ਸਰੀਰ ਕਰਕੇ ਵੀ ਉਹਦਾ ਹੀ ਆਧਾਰ ਆਸਰਾ ਜਿਹੜਾ ਨਾ ਲੈਣਾ ਕਰੋ। ਜੇ ਕਰਕੇ ਸਰੀਰ ਦਾ ਆਧਾਰ ਆਹਾਰ ਸਮਝੋਗੇ ਤਾਂ ਮਹਾਰਾਜ ਕਹਿੰਦੇ ਭਾਈ ਪੜਦਾ ਬਣਿਆ ਰਹਿਣਾ ਹੈ। ਵਾਹਿਗੁਰੂ ਆਧਾਰ ਹੈ ਸਰੀਰਾਂ ਦਾ। ਸਰੀਰਾਂ ਦੇ ਅੰਦਰ ਸੱਤਾ ਪਾ ਕੇ ਇਹਨਾਂ ਪੁਤਲਿਆਂ ਨੂੰ ਚਲਾਉਣ ਵਾਲਾ ਵਾਹਿਗੁਰੂ ਆਪ ਹੈ। ਤੇ ਮਨ ਜਿਹੜਾ ਰੁੜਿਆ ਜਾਂਦਾ ਨਾ ਫੁਰਨਿਆਂ ਵਿੱਚ, ਉਸ ਮਨ ਦੇ ਅੰਦਰ ਵੀ ਓਟ ਲਓ। ਮਨ ਦਾ ਫੁਰਨਿਆਂ ਵਿੱਚ ਪ੍ਰਵਾਹ ਜਿਹੜਾ ਚੱਲ ਰਿਹਾ ਨਾ ਅੰਦਰ, ਉਹ ਰੁਕ ਜਾਵੇਗਾ। ਵਾਹਿਗੁਰੂ ਦੀ ਮਨ ਕਰਕੇ ਓਟ ਤੱਕੋ। ਸਰੀਰ ਦਾ ਵੀ ਉਹ ਆਧਾਰ ਆਸਰਾ ਹੈ, ਉਸ ਨੂੰ ਬਣਾਉਣਾ ਕਰੋ। ਨਾਨਕ ਮੰਗੈ ਨਾਮ ਪ੍ਰਭ ਸਾਰ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਪ੍ਰਭੂ ਜੀ, ਅਸੀਂ ਆਪ ਜੀ ਦਾ ਨਾਮ ਮੰਗਦੇ ਹਾਂ, ਕਿਉਂਕਿ ਇਹੀ ਸਾਰ ਸ੍ਰੇਸ਼ਟ ਤਤ ਰੂਪ ਹੈ। ਕਿਰਪਾ ਕਰਕੇ ਸਾਨੂੰ ਆਪਣਾ ਨਾਮ ਦਿਓ। ਇਹ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ
ਸਾਨੂੰ ਬੇਨਤੀ ਕਰਨ ਦੀ ਜਾਚ ਦੱਸ ਰਹੇ ਹੈ। ਸਾਧ ਸੰਗਤ ਜੀ, ਜਦੋਂ ਆਪਾਂ ਅਰਦਾਸ ਕਰੀਏ ਨਾ ਤੇ ਬੇਗਿਆਤ ਹੀ ਕਹਿ ਦਿੰਦੇ ਆ ਮਹਾਰਾਜ ਨਾਮ ਦੀ ਦਾਤ ਬਖਸ਼ੋ। ਜਦੋਂ ਨਾਮ ਦੀ ਦਾਤ ਮੰਗੀਏ, ਬੜੀ ਵਡਮੁੱਲੀ ਦਾਤ ਹੈ, ਪੂਰੀ ਗਿਆਤ ਪੂਰਵਕ ਮਨ ਦੇ ਅੰਦਰ ਮੰਗਤੇ ਦਾ ਭਾਵ ਬਣਾ ਕਰਕੇ ਸੱਚੇ ਪਾਤਸ਼ਾਹ ਜੀ ਤੋਂ ਜਦੋਂ ਮੰਗੀਏ ਤਾਂ ਗਰੀਬ ਨਵਾਜ਼ ਸਤਿਗੁਰੂ ਜੀ ਰਹਿਮਤ ਕਰਦੇ, ਆਪਣਾ ਸੇਵਕ ਜਾਣ ਕਰਕੇ। ਸਤਿਗੁਰੂ ਜੀ ਫਰਮਾਉਂਦੇ ਹਨ, ਨਾਨਕ ਮੰਗੈ ਨਾਮ ਪ੍ਰਭ ਸਾਰ। ਮਹਾਰਾਜ ਜਿਹੜਾ ਸਾਰ ਰੂਪ ਹੈ, ਤਤ ਰੂਪ ਹੈ ਆਪ ਜੀ ਦਾ ਨਾਮ। ਹਜੂਰ ਕਹਿੰਦੇ ਹੋ ਅਸੀਂ ਪ੍ਰਭੂ ਜੀ ਆਪ ਜੀ ਤੋਂ ਮੰਗਦੇ ਹਾਂ। ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ। ਜਦੋਂ ਮੇਰੇ ਵਾਹਿਗੁਰੂ ਦੀ ਦ੍ਰਿਸ਼ਟੀ ਹੁੰਦੀ ਹੈ ਨਾ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਹਾ ਸੁਖ ਹੋਏ। ਉਸ ਸੁੱਖ ਨੂੰ ਮਹਾਰਾਜ ਜੀ ਨੇ ਮਹਾ ਸੁਖ ਕਿਹਾ, ਕਿਉਂਕਿ ਉਹ ਸੁਖ ਵਰਣਨ ਨਹੀਂ ਕੀਤਾ ਜਾਂਦਾ। ਜਦੋਂ ਮਹਾਰਾਜ ਦੀ ਦ੍ਰਿਸ਼ਟੀ ਪੈਂਦੀ ਹੈ, ਭਾਈ ਗੁਰਦਾਸ ਜੀ ਦੀਆਂ ਭਾਵੇਂ ਮੁਸ਼ਕਾਂ ਹੀ ਬੰਨ੍ਹ ਕੇ ਲੈ ਕੇ ਗਏ ਸੀ ਨਾ, ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਰਸ਼ਨ ਕੀਤਾ ਨਾ, ਇੰਨਾ ਮਹਾ ਸੁਖ ਪ੍ਰਾਪਤ ਹੋਇਆ। ਕਹਿੰਦੇ ਨੇ ਕਿ ਮਤ ਮੈਂ ਨਾ ਮਤ ਹੈ, ਕੋਈ ਸਾਡੀ ਬੁੱਧੀ ਵਿੱਚ ਸੋਝੀ ਨਹੀਂ ਉਸ ਸਮੇਂ ਰਹੀ ਕਿ ਅਸੀਂ ਕਿਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਹੋ ਕਰਕੇ ਨਮਸਕਾਰ ਕਰੀਏ। ਕਿਸੇ ਪ੍ਰਕਾਰ ਕੋਈ ਸੁੱਧ ਨਹੀਂ, ਕਿਸੇ ਪ੍ਰਕਾਰ ਕੋਈ ਚੇਤਨਤਾ ਨਹੀਂ ਸਰੀਰ ਦੇ ਅੰਦਰ। ਉਸੇ ਸਮੇਂ ਬੇਸੁੱਧ ਹੋ ਗਏ, ਸੁਰਤ ਜਿਹੜੀ ਸੀ ਭੁੱਲ ਹੀ ਗਈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਇਹੋ ਜਿਹਾ ਮਹਾ ਸੁਖ ਪ੍ਰਾਪਤ ਹੋਇਆ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰਭੂ ਦੀ ਦ੍ਰਿਸ਼ਟੀ ਦੇ ਨਾਲ, ਜਿਹੜੀ ਦ੍ਰਿਸ਼ਟੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਨੰਦ ਲਾਲ ਜੀ ਤੇ ਪਾਈ ਹੈ। ਸੱਚੇ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਪੈਣ ਨਾਲ ਮਹਾ ਸੁਖ ਹੋਏ। ਵੱਡਾ ਸੁਖ ਜਿਹੜਾ ਨਾ ਬ੍ਰਹਮਾ ਆਨੰਦ ਆ। ਹਜੂਰ ਕਹਿੰਦੇ ਭਾਈ ਉਹ ਮੇਰੇ ਵਾਹਿਗੁਰੂ ਦੀ ਮਿਹਰ ਦੀ ਨਿਗਾਹ ਵਿੱਚ ਹੈ। ਹਰ ਰਸ ਪਾਵੈ ਵਿਰਲਾ ਕੋਏ। ਪਰ ਕੋਈ ਵਿਰਲਾ ਹੈ, ਮਹਾਰਾਜ ਕਹਿੰਦੇ, ਜਿਹੜਾ ਭਾਈ ਹਰੀ ਰਸ ਨੂੰ ਪ੍ਰਾਪਤ ਕਰਦਾ ਹੈ, ਵਾਹਿਗੁਰੂ ਨਾਮ ਰਸ ਨੂੰ ਪ੍ਰਾਪਤ ਕਰਕੇ ਨਿਹਾਲ ਹੁੰਦਾ ਹੈ। ਬਹੁਤ ਵਿਰਲੇ ਨੇ ਐਸੇ ਪੁਰਖ। ਸੰਸਾਰ ਤਾਂ ਵਿਸ਼ੇ ਰਸ ਵਿੱਚ ਲੱਗਾ ਹੋਇਆ ਹੈ, ਪਦਾਰਥਾਂ ਦੇ ਰਸ ਵਿੱਚ ਲੱਗਾ ਹੋਇਆ ਹੈ। ਕਿੰਨੀਆਂ ਉਲਝਣਾਂ ਨੇ ਸੰਸਾਰ ਦੇ ਅੰਦਰ, ਤੇ ਸੰਸਾਰੀ ਸੋਚਦੇ ਹੈ ਕਿ ਸ਼ਾਇਦ ਸਾਨੂੰ ਉਲਝਣਾਂ ਜ਼ਿਆਦੀਆਂ ਨੇ, ਪਰ ਧਾਰਮਿਕ ਤਬਕੇ ਵਿੱਚ ਉਲਝਣਾਂ ਹੋਰ ਬਹੁਤੀਆਂ ਜ਼ਿਆਦੀਆਂ ਹਨ। ਕਿਉਂਕਿ ਸਤ ਸੰਗਤ ਵਿੱਚ ਵੀ ਜੇ ਨਾਮ ਨਾਲ ਨਾ ਜੁੜੇ ਤਾਂ ਵੀ ਉਲਝਣਾਂ 'ਚ ਹੀ ਫਸਿਆ ਰਹਿੰਦਾ ਹੈ। ਮਨ ਜਿਹੜਾ ਨਾ ਉਹ ਈਰਖਾ ਤੋਂ ਛੁੱਟਦਾ ਹੀ ਨਹੀਂ, ਬਹੁਤ ਜ਼ਿਆਦਾ ਮਨ ਹੋਰ ਫਸਦਾ ਚਲਿਆ ਜਾਂਦਾ ਹੈ। ਪਰ ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸ਼ਬਦ ਦੀ ਪ੍ਰੀਤ ਲੱਗੇ ਨਾ, ਉਦੋਂ ਇਹਨਾਂ ਉਲਝਣਾਂ ਤੋਂ ਬਾਹਰ ਆ ਸਕੀਦਾ। ਉਦੋਂ ਦ੍ਰਿਸ਼ਮਾਨ ਸੰਸਾਰ ਤੋਂ ਛੁਟਕਾਰਾ ਪਾ ਕੇ ਇੱਕ ਗੁਪਤ ਸੰਸਾਰ ਨਾਲ ਨਾਤਾ ਜੁੜਦਾ ਹੈ। ਵਾਹਿਗੁਰੂ ਦੀ ਪ੍ਰੀਤ ਪਾ ਕਰਕੇ ਵਾਹਿਗੁਰੂ ਵਿੱਚ ਇੱਕਮਿਕ ਹੋਣ ਵਾਲਾ ਸਤਿਗੁਰੂ ਜੀ ਕਹਿੰਦੇ ਭਾਈ ਕੋਈ ਵਿਰਲਾ ਹੈ, ਕੋਈ ਵਿਰਲਾ ਇਸ ਨਾਮ ਰਸ ਨੂੰ ਪਾਉਂਦਾ ਏ। ਜਿਨ ਚਾਖਿਆ ਸੇ ਜਨ ਤ੍ਰਿਪਤਾਨੇ। ਜਿਨਨੇ ਚਖ ਲਿਆ ਹੈ ਉਹ ਤ੍ਰਿਪਤ ਹੋ ਗਏ, ਰੱਜ ਗਏ, ਸੰਤੋਖ ਆ ਗਿਆ। ਤੇ ਇੰਨਾ ਰੱਜ ਗਏ, ਨਾ ਉਹਨਾਂ ਨੂੰ ਬ੍ਰਹਮਾ ਦੀ ਪਦਵੀ ਦੀ ਕੋਈ ਭੁੱਖ ਹੈ, ਨਾ ਕੋਈ ਹੋਰ ਚੀਜ਼ ਦੇ ਪ੍ਰਾਪਤ ਕਰਨ ਦੀ ਭੁੱਖ ਹੈ। ਜਿਨ ਚਾਖਿਆ, ਜਿਨ੍ਹਾਂ ਨੇ ਚਖ ਲਿਆ ਰਸਨਾ ਤੋਂ, ਧਾਰਨ ਕਰ ਲਿਆ ਹੈ, ਮਹਾਰਾਜ ਕਹਿੰਦੇ ਤ੍ਰਿਪਤ ਹੋ ਗਏ ਭਾਈ ਨਾਮ ਰਸ ਨੂੰ ਪਾ ਕਰਕੇ। ਪੂਰਨ ਪੁਰਖ ਨਹੀਂ ਡੋਲਾਨੇ। ਉਹਨਾਂ ਦਾ ਨਾਂ ਹੀ ਪੂਰਨ ਪੁਰਖ ਹੈ ਨਾ, ਉਹ ਨਹੀਂ ਫਿਰ ਡੋਲਦੇ। ਕਿਸੇ ਪ੍ਰਕਾਰ ਜੇ ਡੋਲਣ ਦੀ ਅਵਸਥਾ ਹੋਵੇ ਤਾਂ ਫਿਰ ਸਾਧ ਸੰਗਤ ਜੀ ਰਸ ਨਹੀਂ ਆਇਆ ਹੁੰਦਾ। ਜਿਵੇਂ ਭਗਤ ਰਵਿਦਾਸ ਜੀ ਨੂੰ ਆਏ ਨਾ, ਭਗਵਾਨ ਰੂਪ ਧਾਰ ਕੇ ਆਏ ਸਾਧੂ ਦਾ, ਕਹਿਣ ਲੱਗੇ ਵੀ ਰਵਿਦਾਸ ਐਂ ਕਰੀਏ, ਵੇਖ ਤੂੰ ਗਰੀਬੀ 'ਚ ਦਿਨ ਕੱਟਦਾ। ਤੇ ਉਹ ਸਾਧੂ ਮਹਾਤਮਾ ਕਹਿੰਦੇ ਮੇਰੇ ਕੋਲ ਨਾ ਪਾਰਸ ਹੈਗਾ, ਤੇ ਤੂੰ ਐਂ ਕਰ, ਮੈਂ ਆ ਤੇਰੀ ਜਿਹੜੀ ਰੰਬੀ ਹੈ ਜਿਹਦੇ ਤੇ ਰੱਖ ਕੇ ਨਾਲੇ ਤੂੰ ਜੁੱਤੀਆਂ ਗੰਢਦਾ, ਉਹ ਤੇਰਾ ਜਿਹੜਾ ਸੂਆ ਏ ਤੋਪੇ ਲਾਉਣ ਵਾਲਾ, ਤੇ ਆਰ ਹੈ ਜਿਹੜੀ, ਇਹ ਮੈਂ ਸੋਨੇ ਦੀ ਕਰ ਦਿੰਦਾ ਹਾਂ। ਤੇ ਭਗਤ ਰਵਿਦਾਸ ਜੀ ਕਹਿੰਦੇ ਵੀ ਮੈਂ ਨਹੀਂ ਇਹ ਸੋਨੇ ਦੀ ਕਰਾਉਣੀ। ਤੇ ਕਹਿਣ ਲੱਗੇ ਨਹੀਂ, ਇਹ ਸੋਨੇ ਦੀ ਬਣਾ ਲੈ, ਵੇਖ ਤੇਰੀ ਗਰੀਬੀ ਕੱਟੀ ਜਾਏਗੀ।
ਉਹ ਨਾ ਪਾਰਸ ਸਾਧੂ ਨੇ ਜਦੋਂ ਲਾਤਾ, ਆਰ ਵੀ ਸੋਨੇ ਦੀ ਬਣ ਗਈ ਤੇ ਉਹ ਸੂਆ ਵੀ ਸੋਨੇ ਦਾ ਬਣ ਗਿਆ, ਉਹ ਆਡਾ ਵੀ ਸੋਨੇ ਦਾ ਹੋ ਗਿਆ। ਤੇ ਨਾਲੇ ਪਾਰਸ ਜਿਹੜਾ ਸੀ ਨਾ ਭਗਤ ਰਵਿਦਾਸ ਜੀ ਨੂੰ ਦੇ ਦਿੱਤਾ, ਕਹਿਣ ਲੱਗੇ ਵੀ ਲੈ ਜਿਹੜੀ ਚੀਜ਼ ਤੂੰ ਮਰਜ਼ੀ ਸੋਨਾ ਲਾ ਲਾ ਕੇ ਨਾ ਇਹਨੂੰ ਤੇ ਸੋਨਾ ਬਣਾਈ ਜਾਈ, ਤੇ ਹੁਣ ਤੈਨੂੰ ਜੁੱਤੀਆਂ ਗੰਢਣ ਦੀ ਲੋੜ ਨਹੀਂ ਰਹਿ ਗਈ। ਭਗਤ ਰਵਿਦਾਸ ਜੀ ਦੇ ਕੋਲ ਪਾਰਸ ਛੱਡ ਕੇ ਤੇ ਚਲੇ ਗਏ। ਜਦੋਂ ਚਲੇ ਗਏ ਨਾ ਤੇ ਬੜੇ ਚਿਰ ਬਾਅਦ ਆਏ ਤੇ ਰਵਿਦਾਸ ਜੀ ਨਾ ਜੁੱਤੀਆਂ ਗੰਢਦੇ ਐ, ਕਿਉਂਕਿ ਉੱਥੇ ਇਹ ਸ਼ਬਦ ਕਹੇ ਆਰ ਨਹੀਂ ਜੇ ਤੋਪੋ ਨਹੀਂ ਰਾਮਬੀ ਠਾਓ ਰੋਪੋ। ਇਹ ਕਹਿੰਦੇ ਜੁੱਤੀਆਂ ਗੰਢਣ ਵਾਲੇ ਆ ਕੇ ਕਹਿੰਦੇ ਰਵਿਦਾਸ ਤੂੰ ਜੁੱਤੀਆਂ ਨਹੀਂ ਗੰਢਦਾ। ਕਹਿੰਦਾ ਜੁੱਤੀ ਕਾਹਦੇ ਨਾਲ ਗੰਢਾ, ਸੋਨੇ ਦੀ ਆਰ ਕਰਤੀ ਭਗਵਾਨ ਨੇ, ਇਹ ਆਡਾ ਹੀ ਸੋਨੇ ਦਾ ਬਣਾਤਾ, ਹੁਣ ਜੁੱਤੀਆਂ ਕਾਹਦੇ ਨਾਲ ਗੰਢਾਂ, ਕਿਉਂਕਿ ਉਹ ਲੋਹੇ ਦਾ ਸੂਆ ਜਿਹੜਾ ਉਹ ਸੋਨੇ ਦਾ ਕਰਤਾ। ਕਹਿੰਦੇ ਜਦੋਂ ਵਾਹਵਾ ਚਿਰ ਬਾਅਦ ਉਹ ਸੰਤ ਆਏ ਨਾ, ਕਹਿਣ ਲੱਗੇ ਵੀ ਰਵਿਦਾਸ ਤੈਨੂੰ ਪਾਰਸ ਦਿੱਤਾ ਸੀ। ਕਹਿਣ ਲੱਗਾ ਮਹਾਰਾਜ ਜਿੱਥੇ ਰੱਖ ਕੇ ਗਏ ਉੱਥੇ ਹੀ ਹੋਣਾ। ਭਗਤ ਰਵਿਦਾਸ ਜੀ ਦੇ ਉੱਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ, ਕੋਈ ਅਸਰ ਨਹੀਂ। ਕਹਿਣ ਲੱਗੇ ਤੈਨੂੰ ਪਾਰਸ ਦਿੱਤਾ ਸੀ, ਤੂੰ ਫੇਰ ਇੱਥੇ ਬੈਠਣ ਨਾਲੇ ਜੁੱਤੀਆਂ ਨਹੀਂ ਗੰਢਦਾ। ਕਹਿਣ ਲੱਗਾ ਮਹਾਰਾਜ ਮੇਰੀ ਆਰ ਖਰਾਬ ਕਰਤੀ ਤੁਸਾਂ, ਮੈਂ ਜੁੱਤੀ ਕਾਹਦੇ ਨਾਲ ਗੰਢਾਂ, ਇਹ ਸੋਨੇ ਦਾ ਕਰਤਾ ਸੂਆ, ਸਾਰਾ ਖਰਾਬ ਕਰਕੇ ਰੱਖਤਾ। ਜੇ ਕਿਸੇ ਦੀ ਤੁਸੀਂ ਚੀਜ਼ ਸੋਨੇ ਦੀ ਕਰਦੇ ਹੋ ਤੇ ਉਹ ਕਹੂਗਾ ਕਿ ਖਰਾਬ ਕਰਤੀ। ਭਗਤ ਰਵਿਦਾਸ ਜੀ ਕਹਿੰਦੇ ਮਹਾਰਾਜ ਮੇਰਾ ਸਾਰਾ ਸਮਾਨ ਹੀ ਖਰਾਬ ਕਰਤਾ ਤੁਸੀਂ। ਫਿਰ ਭਗਤ ਰਵਿਦਾਸ ਜੀ ਨੂੰ ਮਹਾਰਾਜ ਦਰਸ਼ਨ ਦੇ ਕੇ ਕੰਠ ਨਾਲ ਲਾਇਆ ਸੀ ਕਿ ਭਗਤ ਰਵਿਦਾਸ ਜੀ ਨੇ ਮਾਇਆ ਦਾ ਹੀ ਤਿਆਗ ਕਰ ਦਿੱਤਾ ਸੀਗਾ, ਡੋਲਣ ਵਾਲੀ ਅਵਸਥਾ ਨਹੀਂ ਉਹਨਾਂ ਦੀ ਰਹੀ। ਅਸੀਂ ਜਦੋਂ ਸਮਾਨ ਜ਼ਿੰਦਗੀ ਜਿਉਂਦੇ ਹਾਂ ਤੇ ਜੇ ਕਿਤੇ ਸਾਨੂੰ ਉਸ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਹੋਇਆਂ ਕਿਸੇ ਦਾ ਭਾਵੇਂ ਨੁਕਸਾਨ ਹੁੰਦਾ ਹੋਵੇ ਤੇ ਸਾਨੂੰ ਮਾਇਆ ਦਾ ਲਾਭ ਹੁੰਦਾ ਹੋਵੇ ਤੇ ਅਸੀਂ ਫਿਰ ਉਹਨੂੰ ਧੋਖੇ ਵਿੱਚ ਰੱਖ ਕੇ ਮਾਇਆ ਦਾ ਲਾਹਾ ਖੱਟ ਲਈਏ ਤੇ ਆਖੀਏ ਕਿ ਮਹਾਰਾਜ ਤੇਰੇ ਭਗਤਾਂ ਵਾਹਿਗੁਰੂ ਜਾਣਦੇ ਆ, ਨਿਰੰਕਾਰ ਅੰਤਰਜਾਮੀ ਹੈ, ਛਿਨ ਛਿਨ ਪਰਖ ਵੀ ਹੁੰਦੀ ਹੈ, ਛਿਨ ਛਿਨ ਸਾਧ ਸੰਗਤ ਜੀ ਬਖਸ਼ਿਸ਼ ਵੀ ਹੁੰਦੀ ਹੈ। ਜਿਹੜੇ ਮਹਾਰਾਜ ਤੋਂ ਬਖਸ਼ਿਸ਼ ਛਿਨ ਛਿਨ ਲੈਂਦੇ ਆ ਤੇ ਉਹਨਾਂ ਡੋਲਣ ਵਾਲੀਆਂ ਅਵਸਥਾ ਤੋਂ ਨਾਮ ਦੇ ਆਸਰੇ ਤੇ ਨਿਕਲਦੇ ਆ, ਮਾਇਆ ਨੂੰ ਤੁੱਛ ਜਾਣਦੇ ਆ, ਉਹ ਫਿਰ ਮਹਾਰਾਜ ਦਾ ਪ੍ਰਸਾਦ ਪਾ ਕੇ ਨਿਹਾਲ ਹੁੰਦੇ ਆ। ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹਨੂੰ ਜਿਹਨੂੰ ਰਸ ਆਇਆ ਹੈ ਨਾ, ਪੂਰਨ ਪੁਰਖ ਨਹੀਂ ਡੋਲਾਨੇ, ਉਹ ਪੂਰਨ ਪੁਰਖ ਵੈ, ਉਹ ਫਿਰ ਡੋਲਦੇ ਨਹੀਂ। ਭਗਤ ਰਵਿਦਾਸ ਵਰਗੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕਿ ਉਹਨਾਂ ਨੇ ਮਾਇਆ ਦਾ ਹੀ ਤਿਆਗ ਕਰ ਦਿੱਤਾ, ਕਿਸੇ ਪ੍ਰਕਾਰ ਉਹਨਾਂ ਦੇ ਡੋਲਣ ਦੀ ਅਵਸਥਾ ਨਹੀਂ ਹੁੰਦੀ ਆ। ਸੁਪਹਰ ਪਹਰੇ ਪ੍ਰੇਮ ਰਸ ਰੰਗ, ਉਹ ਪ੍ਰੇਮ ਦੇ ਰਸ ਦੇ ਵਿੱਚ ਇੰਨਾ ਆਨੰਦ ਉਹਨਾਂ ਨੂੰ ਆਉਂਦਾ ਹੈ ਕਿ ਲਵਾ ਲਪ ਭਰ ਜਾਂਦੇ ਆ। ਉਹਨਾਂ ਦਾ ਕੰਠ ਵੀ ਜਿਹੜਾ ਨਾ ਉਹ ਨਾਮ ਰਸ ਨਾਲ ਹਰ ਵੇਲੇ ਭਰਿਆ ਹੁੰਦਾ, ਨੇਤਰ ਵੀ ਭਰੇ ਹੁੰਦੇ ਆ, ਕੰਨ ਵੀ ਭਰੇ ਹੁੰਦੇ ਆ ਨਾਮ ਦੇ ਨਾਲ। ਕੋਈ ਹੋਰ ਚੀਜ਼ ਉਹਨਾਂ ਨੂੰ ਸੁਣਦੀ ਨਹੀਂ। ਜਦੋਂ ਨਾਦ ਹੀ ਨਾਮ ਦਾ ਕੰਨਾਂ ਵਿੱਚ ਪੂਰਿਆ ਜਾ ਰਿਹਾ ਤੇ ਕੀ ਸੁਣਨਾ ਹੋਰ? ਰਸਨਾ ਦੇ ਉੱਤੇ ਕੀ ਹੋਰ ਰਸ ਸਵਾਦੀ ਲੱਗੇਗਾ ਜਿੱਥੇ ਨਾਮ ਦਾ ਰਸ ਚੱਖ ਰਹੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਪਰ ਭਰੇ, ਉਹ ਸੁਪਰ ਲਵਾ ਲਵ। ਮਹਾਰਾਜ ਕਹਿੰਦੇ ਭਾਈ ਸ਼੍ਰੇਸ਼ਟ ਪ੍ਰੇਮ ਕਰਕੇ, ਉਸ ਪ੍ਰੇਮ ਦੇ ਰਸ ਆਨੰਦ ਕਰਕੇ ਉਹ ਲਵਾ ਲਵ ਭਰ ਜਾਂਦੇ ਆ। ਉਪਜਾ ਚਾਉ ਸਾਧਕਾ ਸੰਗ, ਇਹ ਇੰਨਾ ਮਹਾਰਾਜ ਜਿਹੜਾ ਲਵਾ ਲਵ ਨਾਮ ਰਸ ਨਾਲ ਹਿਰਦਾ ਭਰ ਜਾਣਾ, ਇੰਦਰੇ ਭਰ ਜਾਣੇ, ਇਹ ਮਹਾਰਾਜ ਕਿਵੇਂ ਬਖਸ਼ਿਸ਼ ਹੁੰਦੀ ਹੈ? ਹਜੂਰ ਕਹਿੰਦੇ ਉਪਜਾ ਚਾਉ ਸਾਧਕਾ ਸੰਗ। ਜਦੋਂ ਸਾਧੂਆਂ ਦੀ ਸੰਗਤ ਕਰੀਏ ਨਾ ਤੇ ਫਿਰ ਨਾਮ ਦੇ ਜਪਣ ਦਾ ਚਾਅ ਉਪਜ ਪੈਂਦਾ। ਮਸ਼ਕਰਿਆਂ ਦੀ ਸੰਗਤ ਕਰਕੇ ਮਸ਼ਕਰੀਆਂ ਕਰਨੀਆਂ ਸਿੱਖ ਜਾਈਦੀਆਂ, ਵਕਾਰੀਆਂ ਦੀ ਸੰਗਤ ਕਰਕੇ ਵਕਾਰ ਅੰਦਰ ਚੱਲਣ ਲੱਗ ਪੈਂਦੇ ਐ। ਫਿਰ ਸਾਧ ਸੰਗਤ ਜੀ ਤਮਾਸ਼ਬੀਨਾਂ ਦੀ ਸੰਗਤ ਕਰਕੇ ਤਮਾਸ਼ਬੀਨ ਬਣ ਜਾਈਦਾ, ਧੋਖੇਬਾਜ਼ਾਂ ਦੀ ਸੰਗਤ ਕਰਕੇ ਧੋਖੇਬਾਜ਼ੀਆਂ ਜਿਹੜੀਆਂ ਕਰਨੀਆਂ ਸਿੱਖ ਜਾਈਦੀਆਂ। ਇਸੇ ਕਰਕੇ ਮਹਾਰਾਜ ਜੀ ਨੇ ਕਿਹਾ ਜਿਹੋ ਜੀ ਸੰਗਤ ਕਰੀਏ ਉਹੋ ਜਿਹਾ ਅੰਦਰ ਚਾਅ ਪੈਦਾ ਹੁੰਦਾ। ਉਪਜੈ ਚਾਓ ਸਾਧਕੈ ਸੰਗ। ਇਹ ਨਾਮ ਦੇ ਰਸ ਦਾ ਚਾਅ ਸਤ ਸੰਗਤ ਵਿੱਚ ਆ ਕਰਕੇ ਉਪਜਦਾ, ਪੈਦਾ ਹੋ ਜਾਂਦਾ। ਜਿਵੇਂ ਉਹ ਪ੍ਰਮਾਣ ਨਹੀਂ ਦੱਸਦੇ ਹੁੰਦੇ, ਕਹਿੰਦੇ ਕਿਸੇ ਮਹਾਤਮਾ ਦਾ ਤੋਤਾ ਸੀ ਤੇ ਉਹ
ਉਹਨੂੰ ਰਾਮ ਦਾ ਨਾਮ ਸਿਖਾਇਆ ਹੋਇਆ। ਤੇ ਉਹ ਜਾਣ ਲੱਗਿਆਂ ਕਿਸੇ ਥਾਣੇਦਾਰ ਕੋ ਛੱਡ ਕੇ ਕਹਿੰਦੇ ਕੁਝ ਸਮਾਂ ਲਈ ਯਾਤਰਾ ਚੱਲੇ ਆ, ਲੈ ਸਾਡੇ ਤੋਤੇ ਦਾ ਖਿਆਲ ਰੱਖੀ। ਉਹ ਕੋਤਵਾਲੀ 'ਚ ਲੈ ਗਿਆ। ਜਿਉਂ ਉੱਥੇ ਗਾਲਾਂ ਕੱਢਣ, ਉਹ ਤੇ ਥੋੜ੍ਹੇ ਚਿਰ ਬਾਅਦ ਆਏ ਮਹਾਤਮਾ ਤੇ ਉਹਨੂੰ ਕਹਿਣ ਵੀ ਬੋਲ ਰਾਮ ਨਾਮ। ਤੋਤਾ ਅੱਗੋਂ ਗਾਲਾਂ ਕੱਢੇ। ਉਹ ਕਹਿਣ ਲੱਗੇ ਕੋਤਵਾਲ ਨੂੰ ਕਿ ਇਹ ਕੀ ਤੂੰ ਮੇਰੇ ਤੋਤੇ ਨੂੰ ਕਰ ਛੱਡਿਆ? ਕਹਿੰਦਾ ਮਹਾਰਾਜ ਮੈਂ ਨਾ ਇਹ ਕੋਤਵਾਲੀ 'ਚ ਲੈ ਗਿਆ ਨਾਲ ਹੀ, ਤੇ ਉੱਥੇ ਗਾਲਾਂ ਹੀ ਕੱਢਦੇ ਸੀ ਸਾਰੇ, ਤੇ ਹੁਣ ਗਾਲਾਂ ਹੀ ਸਿੱਖ ਗਏ। ਇਹ ਸਮਝਣ ਮਾਤਰ ਹੁੰਦੀ ਹੈ। ਮਨ ਦਾ ਸੁਭਾਅ ਇੰਨਾ ਜ਼ਿਆਦਾ ਸੂਖਸ਼ਮ ਹੈ ਨਾ ਕਿ ਅਸੀਂ ਸੋਚਦੇ ਅਸਰ ਨਹੀਂ ਪੈਂਦਾ, ਬਹੁਤ ਜ਼ਿਆਦਾ ਅਸਰ ਪੈਂਦਾ। ਕਮਜ਼ੋਰ ਮਨ ਏਡੀ ਛੇਤੀ ਢਲ ਜਾਂਦਾ। ਕਈ ਕੀ ਹੁੰਦੇ, ਜਿਹੋ ਜੀ ਕਿਤਾਬ ਮਿਲੇ ਨਾ ਤੇ ਉਹਨੂੰ ਪੜ੍ਹ ਕੇ ਉਹੋ ਜਿਹੇ ਹੀ ਬਣੇ ਹੁੰਦੇ ਆ। ਕਦੇ ਉਹ ਨਾਸਤਕ ਬਣ ਜਾਂਦੇ ਆ, ਕਦੇ ਗੁਰਮੁਖ ਬਣ ਜਾਂਦੇ ਆ, ਕਦੇ ਕਮਿਊਨਿਸਟ ਬਣ ਜਾਂਦੇ ਆ, ਕਦੇ ਕੁਛ ਬਣ ਜਾਂਦੇ। ਜਿਹੋ ਜੀ ਕਿਸੇ ਦੀ ਸੰਗਤ ਕਰਦੇ ਆ, ਜਿਹੋ ਜੀ ਕਿਤਾਬ ਪੜ੍ਹਦੇ ਆ, ਦਿਨ ਚੜੇ ਨੂੰ ਉਹੋ ਜਿਹੇ ਹੀ ਬਣੇ ਹੁੰਦੇ। ਮਨ ਦਾ ਸੁਭਾਅ ਇਸ ਤਰ੍ਹਾਂ ਦਾ ਹੈ ਕਿ ਜਿਹੋ ਜੀ ਸੰਗਤ ਕਰੇ ਇਹਦੇ ਤੇ ਡਾਢਾ ਅਸਰ ਪੈਂਦਾ ਹੈ। ਜਿਵੇਂ ਵੇਲ ਦਾ ਸੁਭਾਅ ਨਹੀਂ ਹੁੰਦਾ ਕਿ ਉਹਦੇ ਨੇੜੇ ਟੋਆ ਹੋਏ ਤੇ ਟੋਏ 'ਚ ਜਾ ਵੜਦੀ ਹੈ, ਧਰਤੀ ਪੱਧਰੀ ਹੋਵੇ ਤੇ ਫੈਲਦੀ ਰਹਿੰਦੀ ਹੈ, ਰੁੱਖ ਹੋਵੇ ਤੇ ਫਿਰ ਰੁੱਖ ਤੇ ਜਾ ਚੜ੍ਹਦੀ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਐ, ਚਾਅ ਕੀ ਪੈਦਾ ਹੋਣਾ ਨਾਮ ਦੇ ਜਪਣ ਦਾ? ਤਾਸ਼ਾਂ ਖੇਡਣ ਵਾਲਿਆਂ ਦੀ ਕੁਸੰਗਤ ਕਰਨੀ, ਮਸ਼ਕਰਿਆਂ ਦੀ ਕੁਸੰਗਤ ਕਰਨੀ, ਹਾਸੇ ਠੱਠੇ ਟੀਵੀ ਵੇਖਣਾ ਤੇ ਕਹਿਣਾ ਜੀ ਮਹਾਰਾਜ ਤੋਂ ਆ ਕੇ ਅਰਦਾਸ ਵੀ ਕਰਾਉਣੀ ਕਿ ਨਾਮ ਨਹੀਂ ਹਿਰਦੇ 'ਚ ਵਸਦਾ। ਮਹਾਰਾਜ ਸਾਨੂੰ ਨਾਮ ਦੀ ਦਾਤ ਵੀ ਬਖਸ਼ੋ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਮਨ ਤਨ ਕਰਕੇ ਫਿਰ ਸਾਧੂਆਂ ਦੀ ਸੰਗਤ ਕਰੋ। ਜੇ ਤੁਸੀਂ ਨਾਮ ਦੇ ਰਸ ਨੂੰ ਚਾਹੁੰਦੇ ਆ ਤਾਂ ਉਪਜੈ ਚਾਓ ਸਾਧ ਕੈ ਸੰਗ। ਜਿਨ੍ਹਾਂ ਨੇ ਨਾਮ ਸਵਾਸ ਸਵਾਸ ਜਪਿਆ, ਕਮਾਈ ਕੀਤੀ ਹੈ, ਜਦੋਂ ਉਹਨਾਂ ਦੀ ਸੰਗਤ ਕਰੀਏ ਆਪਣੇ ਆਪ ਹੀ ਚਾਅ ਪੈਦਾ ਹੁੰਦਾ। ਮਹਾਤਮਾ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ। ਸਾਧ ਸੰਗਤ ਜੀ ਜਿੰਨੇ ਵੀ ਕਮਾਈ ਵਾਲੇ ਸਤਿਪੁਰਖ ਹੋਏ ਆ, ਉਹਨਾਂ ਦੀ ਸੰਗਤ ਕਰਨ ਵਾਲੇ ਸਾਰੇ ਨਾਮ ਰਸੀਏ ਹੋ ਨਿਬੜੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ ਸਾਧੂਆਂ ਦੀ ਸੰਗਤ ਵਿੱਚ ਫਲ ਮਿਲਦਾ ਹੈ, ਚਾਅ ਪੈਦਾ ਹੁੰਦਾ ਹੈ ਵਾਹਿਗੁਰੂ ਦੇ ਭਜਨ ਕਰਨ ਦਾ। ਪਰੇ ਸ਼ਰਨ ਆਨ ਸਭ ਤਿਆਗ। ਫਿਰ ਪੜੋ। ਪਰੇ ਸ਼ਰਨ ਆਨ ਸਭ ਤਿਆਗ। ਆਨ ਹੋਰ ਸਾਰਾ ਕੁਝ ਤਿਆਗ ਕਰਕੇ ਵਾਹਿਗੁਰੂ ਦੀ ਮਹਾਰਾਜ ਕਹਿੰਦੇ ਭਾਈ ਸ਼ਰਨ ਪਵੋ, ਬੇਨਤੀ ਕਰੋ ਮਹਾਰਾਜ ਸਭ ਕੁਝ ਤਿਆਗ ਕਰਕੇ, ਮਾਤਰ ਪਿੱਤਰ ਤਿਆਗ ਕੇ ਮਨ ਸੰਤਨ ਪਹਿ ਵਿੱਚ ਆਇਓ। ਮਹਾਰਾਜ ਸਾਰਿਆਂ ਨੂੰ ਛੱਡ ਕਰਕੇ, ਆਨ ਹੋਰ ਆਸਰੇ ਛੱਡ ਕਰਕੇ ਆਪਦੀ ਸ਼ਰਨ ਪੈ ਗਏ ਹਾਂ। ਅੰਤਰ ਪ੍ਰਗਾਸ ਅਨ ਦਿਨ ਲਿਵ ਲਾਗ। ਤੇ ਜਦੋਂ ਇਉਂ ਸ਼ਰਨ ਪੈ ਜਾਈਏ ਨਾ ਅੰਦਰ, ਫਿਰ ਪ੍ਰਕਾਸ਼ ਹੋ ਜਾਂਦਾ ਗਿਆਨ ਦਾ। ਅਨ ਦਿਨ ਹਰ ਰੋਜ਼ ਫਿਰ ਇਹੋ ਜੀ ਕਿਰਪਾ ਹੁੰਦੀ ਹੈ ਕਿ ਲਿਵ ਲੱਗ ਜਾਂਦੀ ਹੈ ਵਾਹਿਗੁਰੂ ਦੇ ਨਾਲ। ਇੰਨੀ ਲਿਵ ਲੱਗਦੀ ਹੈ, ਉਸ ਲਿਵ ਦੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੁੰਦਾ ਹੈ। ਇੰਨਾ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਸਾਰੇ ਸੂਰਜ ਮੱਧਮ ਪੈ ਜਾਂਦੇ ਆ। ਐਡਾ ਵੱਡਾ ਗਿਆਨ ਦਾ, ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਏ। ਵੱਡ ਭਾਗੀ ਜਪਿਆ ਪ੍ਰਭ ਸੋਏ। ਧੰਨ ਹਨ ਉਹ ਵੱਡਿਆਂ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਮੇਰੇ ਵਾਹਿਗੁਰੂ ਦੇ ਨਾਮ ਨੂੰ ਜਪਿਆ ਪ੍ਰੀਤ ਲਾ ਕਰਕੇ। ਨਾਨਕ ਨਾਮ ਰਤੇ ਸੁਖ ਹੋਏ। ਮਹਾਰਾਜ ਕਹਿੰਦੇ ਨਾਮ ਵਿੱਚ ਰੰਗੇ ਹੋਏ ਭਾਈ ਉਹਨਾਂ ਨੂੰ ਆਨੰਦ ਹੋਇਆ, ਸੁਖ ਆਇਆ ਹੈ। ਐਸਾ ਸੁਖ ਆਇਆ ਬਾਕੀ ਸਾਰੇ ਸਰੀਰਕ ਸੁੱਖ ਵਿਸਰ ਗਏ ਹਨ। ਸੇਵਕ ਕੀ ਮਨਸਾ ਪੂਰੀ ਭਈ। ਸੇਵਕ ਦੀ ਮਨਸਾ ਜਿਹੜੀ ਸੀ ਨਾ, ਪਹਿਲਾਂ ਤਾਂ ਜਦੋਂ ਜਗਿਆਸਾ ਸਮੇਂ ਵਿੱਚ ਆਏ ਸੀ ਉਦੋਂ ਇੱਛਾ ਸੀਗੀ, ਪਰ ਨਾਮ ਜਪ ਕਰਕੇ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ। ਸੱਚੇ ਪਾਤਸ਼ਾਹ ਜੀ ਕਹਿੰਦੇ ਸੇਵਕ ਕੀ ਮਨਸਾ ਪੂਰੀ ਭਈ। ਮਹਾਰਾਜ ਅਸੀਂ ਆਪ ਦੇ ਸੇਵਕ, ਸਾਡੀ ਇਹ ਮਨਸਾ ਇੱਛਾ ਸੀ ਕਿ ਆਪ ਦੀ ਸਾਧ ਸੰਗਤ ਦੀ ਸਾਨੂੰ ਸੇਵਾ ਮਿਲੇ। ਮਹਾਰਾਜ ਸਾਨੂੰ ਨਾਮ ਦੀ ਦਾਤ ਪ੍ਰਾਪਤ ਹੋਵੇ। ਆਪ ਨੇ ਕਿਰਪਾ ਕਰਕੇ ਸਾਡੀ ਮਨਸਾ ਜਿਹੜੀ ਸੀ ਨਾ ਉਹ ਪੂਰੀ ਕਰ ਦਿੱਤੀ, ਨਾਮ ਦੀ ਦਾਤ ਬਖਸ਼ ਕੇ। ਸਤਿਗੁਰ ਤੇ ਨਿਰਮਲ ਮਤ ਲਈ। ਇਹ ਨਿਰਮਲ ਉਜਲ ਮਤ ਜਿਹੜੀ ਹੈ ਨਾ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੋਂ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਲਈ ਹੈ, ਪ੍ਰਾਪਤ ਕੀਤੀ ਹੈ। ਜਿਨ੍ਹਾਂ ਨੇ ਸਤਿਗੁਰੂ ਜੀ ਤੋਂ ਉਜਲ ਮਤ ਲਈ ਹੈ ਨਾ,
ਉਹਨਾਂ ਨੂੰ ਹੀ ਸਾਧ ਸੰਗਤ ਜੀ ਇਹ ਦਾਤ ਪ੍ਰਾਪਤ ਹੋਈ ਹੈ ਕਿ ਉਹਨਾਂ ਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ। ਮਹਾਰਾਜ ਜਦੋਂ ਆਪਣੀ ਮੱਤ ਦਿੰਦੇ ਆ ਨਾ ਸੱਚੇ ਪਾਤਸ਼ਾਹ, ਫਿਰ ਸਾਰੀ ਵਿਕਾਰਾਂ ਵਾਲੀ ਮੱਤ ਨਾਸ਼ ਕਰ ਦਿੰਦੇ। ਜਿੰਨੀਆਂ ਆਖੇਪਕ ਮੈਲਾਂ ਹਨ ਨਾ ਮਨ ਨੂੰ ਲੱਗੀਆਂ ਹੋਈਆਂ, ਉਹ ਸਾਰੀਆਂ ਮੈਲਾਂ ਧੁੱਪ ਜਾਂਦੀਆਂ, ਕਿਉਂਕਿ ਨਿਰਮਲ ਮੱਤ ਹੈ ਨਾ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦੀ। ਹਜੂਰ ਜਦੋਂ ਆਪਣੀ ਨਿਰਮਲ ਮੱਤ ਦਿੰਦੇ ਆ, ਉਦੋਂ ਸਾਰੀਆਂ ਮੈਲਾਂ ਧੁੱਪ ਜਾਂਦੀਆਂ। ਜਦੋਂ ਸਤਿਗੁਰੂ ਜੀ ਨੇ ਮਿਹਰ ਕੀਤੀ ਤਾਂ ਇਹ ਬਖਸ਼ਿਸ਼ ਪ੍ਰਾਪਤ ਹੋਈ। ਜਨ ਕਉ ਪ੍ਰਭ ਹੋਇਓ ਦਇਆਲ। ਆਪਣੇ ਜਨ ਪਿਆਰਿਆਂ ਦੇ ਉੱਤੇ ਮੇਰਾ ਪ੍ਰਭੂ ਮਹਾਰਾਜ ਕਹਿੰਦੇ ਭਾਈ ਜਿਹਨੂੰ ਦਇਆ ਦੇ ਕਰਨ ਦੀ ਆਦਤ ਹੈ ਉਹ ਮਿਹਰਬਾਨ ਹੋਇਆ ਏ। ਸੇਵਕ ਕੀਨੋ ਸਦਾ ਨਿਹਾਲ। ਸਦਾ ਲਈ ਸੇਵਕ ਨੂੰ ਨਿਹਾਲ ਕਰ ਦਿੱਤਾ। ਜਦੋਂ ਮੰਗਤੇ ਬਣ ਕਰਕੇ ਇੱਕ ਵਾਰੀ ਮੰਗਿਆ ਨਾ, ਫਿਰ ਮਹਾਰਾਜ ਜੀ ਨੇ ਮੰਗਣ ਦੀ ਲੋੜ ਹੀ ਨਹੀਂ ਰਹਿਣ ਦਿੱਤੀ। ਫਿਰ ਨਹੀਂ ਮੰਗਣ ਵਾਸਤੇ ਉਹ ਸਤਿਗੁਰੂ ਜੀ ਕਹਿੰਦੇ ਇਹੋ ਜਿਹਾ ਨਿਹਾਲ ਕੀਤਾ ਕਿ ਸਗੋਂ ਸਾਰੀ ਸ੍ਰਿਸ਼ਟੀ ਨੂੰ ਦੇਣ ਦੇ ਸਮਰੱਥ ਹੋ ਗਏ। ਉਹਨਾਂ ਕੋਲੋਂ ਤਾਂ ਦੇਵੀ ਦੇਵਤੇ ਮੰਗਦੇ ਆ, ਫਿਰ ਐਡੇ ਸਮਰੱਥ ਮਹਾਰਾਜ ਆਪਣੇ ਸੇਵਕਾਂ ਨੂੰ ਕਰ ਦਿੰਦੇ ਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੇਵਕ ਕੀਨੋ ਸਦਾ ਨਿਹਾਲ, ਸਦਾ ਹੀ ਨਿਹਾਲ ਕਰ ਦਿੰਦੇ ਆਪਣੇ ਸੇਵਕ ਨੂੰ। ਬੰਧਨ ਕਾਟ ਮੁਕਤ ਜਨ ਭਇਆ। ਹਉਮੈ ਦੇ ਆਪਣੇ ਬੰਧਨਾਂ ਨੂੰ ਕੱਟ ਕਰਕੇ ਉਹ ਜਨ ਮੁਕਤ ਹੋ ਗਿਆ। ਬੈਰਾਗ ਰੂਪੀ ਕੰਢੇ ਤੇ ਚੜ ਗਏ, ਮੁਕਤੀ ਰੂਪੀ ਕੰਢੇ ਤੇ ਚੜ ਗਏ। ਜਨਮ ਮਰਨ ਦੁਖ ਭਰਮ ਗਿਆ। ਜੰਮਣ ਮਰਨ ਦਾ ਦੁੱਖ ਅਤੇ ਸਾਰੇ ਭਰਮ ਮਹਾਰਾਜ ਕਹਿੰਦੇ ਚਲੇ ਗਏ ਭਾਈ ਨਾਮ ਦੀ ਪ੍ਰੀਤ ਕਰਕੇ। ਇੱਛ ਪੂਨੀ ਸਰਧਾ ਸਭ ਪੂਰੀ। ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਤੇ ਸਾਰੀ ਜਿੰਨੀ ਸ਼ਰਧਾ ਸੀ ਸਤ ਸੰਗਤ ਦੇ ਵਿੱਚ ਸੇਵਾ ਕਰਨ ਦੀ, ਉਹ ਵੀ ਵਾਹਿਗੁਰੂ ਜੀ ਨੇ ਪੂਰੀ ਕਰ ਦਿੱਤੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਸੰਗਤ ਦੀ ਮਹਿਮਾ ਦੱਸਦੇ ਐ। ਨਹੀਂ ਤਾਂ ਸਾਧ ਸੰਗਤ ਜੀ ਜੀਆਂ ਦੀਆਂ ਇੱਛਾ ਨਹੀਂ ਪੂਰੀਆਂ ਹੁੰਦੀਆਂ। ਇੰਨੀਆਂ ਇੱਛਾ ਫੁਰਦੀਆਂ, ਦੀਰਘ ਕਾਲ ਤੱਕ ਬੜਾ ਹੀ ਫੁਰਨਿਆਂ ਦੇ ਵਿੱਚ ਮਨ ਰੁੜਿਆ ਹੋਇਆ, ਤਾਂ ਪਰ ਸਰੀਰ ਦਾ ਅੰਤ ਹੋ ਜਾਂਦਾ, ਪਰ ਮਨੁੱਖ ਦੀਆਂ ਇੱਛਾ ਨਹੀਂ ਪੂਰੀਆਂ ਹੁੰਦੀਆਂ। ਪਰ ਜਦੋਂ ਵਾਹਿਗੁਰੂ ਦਾ ਨਾਮ ਪ੍ਰਾਪਤ ਹੋ ਜੇ ਨਾ ਸਤ ਸੰਗਤ ਕਰਦਿਆਂ ਹੋਇਆਂ, ਫਿਰ ਇੱਛ ਪੁੰਨੀ, ਵਾਹਿਗੁਰੂ ਦਾ ਨਾਮ ਹੀ ਇੱਛ ਪੁੰਨੀ ਹੈ। ਇਸੇ ਕਰਕੇ ਮਹਾਰਾਜ ਜੀ ਨੇ ਕਿਹਾ ਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ। ਉਹ ਕਾਮ ਧੇਨ ਹੈ ਵਾਹਿਗੁਰੂ ਦਾ ਨਾਮ। ਮਹਾਰਾਜ ਕਹਿੰਦੇ ਇੱਛਾ ਪੁਰ ਹੋ ਜਾਂਦੀਆਂ, ਪਹਿਲੇ ਕੀਤੇ ਹੋਏ ਸੰਕਲਪ ਪੂਰੇ ਹੋ ਜਾਂਦੇ ਆ, ਅੱਗੇ ਤੋਂ ਸੰਕਲਪ ਫੁਰਦੇ ਹੀ ਨਹੀਂ। ਜਿਸ ਚੀਜ਼ ਨੇ ਨਾਸ਼ ਹੋ ਜਾਣਾ ਹੋਵੇ ਭਗਤ ਉਹਨੂੰ ਜਾਚਦਾ ਨਹੀਂ। ਜਿਹੜੀ ਮਿੱਥਿਆ ਹੈ ਉਹਨੂੰ ਗ੍ਰਹਿਣ ਨਹੀਂ ਕਰਦਾ, ਫਿਰ ਇੱਛਾ ਕੀ ਫੁਰਨੀ ਹੈ। ਰਹਿਣ ਵਾਲੀ ਕਿਹੜੀ ਚੀਜ਼ ਹੈ? ਵਾਹਿਗੁਰੂ ਦਾ ਨਾਮ। ਤੇ ਫਿਰ ਉਹਦੀ ਇੱਛਾ ਫੁਰਦੀ ਹੈ, ਨਾਮ ਰਹਿਣ ਵਾਲਾ ਤੇ ਨਾਮ ਹੀ ਪ੍ਰਾਪਤ ਹੋਵੇ। ਜਦੋਂ ਨਾਮ ਪ੍ਰਾਪਤ ਹੋ ਜਾਂਦਾ ਮਹਾਰਾਜ ਫਿਰ ਸਾਰਾ ਸੰਸਾਰ ਹੀ ਅੱਗੇ ਧਰ ਦਿੰਦੇ ਕਿ ਜੋ ਤੈਨੂੰ ਚਾਹੀਦਾ ਲੈ ਲੈ। ਫਿਰ ਭਗਤ ਕਹਿੰਦਾ ਮਹਾਰਾਜ ਇਹ ਮਿੱਥਿਆ ਚੀਜ਼ਾਂ ਮੈਂ ਕੀ ਕਰਨੀਆਂ ਹਨ? ਇੱਛ ਪੁੰਨੀ। ਮਹਾਰਾਜ ਕਹਿੰਦੇ ਇੰਨੀ ਵੱਡੀ ਇੱਛਾ ਪੂਰੀ ਹੋ ਜਾਂਦੀ ਹੈ ਕਿ ਮਨੁੱਖਾ ਜਨਮ ਮਿਲਿਆ ਸੀ, ਉਹਦੀ ਸਫਲਤਾ ਲਈ ਅਰਦਾਸਾਂ ਕਰਦੇ ਸੀ ਮਹਾਰਾਜ ਇਹ ਮਨੁੱਖਾ ਜਨਮ ਅਜਾਈ ਨਾ ਚਲਿਆ ਜਾਵੇ। ਇੱਛਾ ਪੂਰੀ ਕਰ ਦਿਓ ਮਹਾਰਾਜ, ਇਸੇ ਵਾਰ 'ਚ ਸਾਨੂੰ ਪ੍ਰਾਪਤ ਹੋਵੋ। ਤਾਂ ਸਤਿਗੁਰੂ ਜੀ ਕਹਿੰਦੇ ਭਾਈ ਸਾਰੀ ਸ਼ਰਧਾ ਸਤ ਸੰਗਤ ਵਿੱਚ ਨਾਮ ਜਪਣ ਨਾਲ ਪੂਰੀ ਹੋ ਗਈ। ਰਵ ਰਹਿਆ ਸਦ ਸੰਗ ਹਜੂਰੀ। ਹੁਣ ਵਾਹਿਗੁਰੂ ਜੀ ਜਿਨ੍ਹਾਂ ਨੂੰ ਦੂਰ ਵੇਖਦਾ ਸੀ ਪਰਮੇਸ਼ਰ ਨੂੰ, ਰਵ ਰਹਿਆ ਸਦ ਸੰਗ ਹਜੂਰੀ। ਸਾਰਿਆਂ ਥਾਵਾਂ ਤੇ ਰਵ ਰਹਿਆ, ਮਿਲਿਆ ਹੋਇਆ, ਕੋਲ ਨਿਕਟ ਪਰਮੇਸ਼ਰ ਸਵਾਸਾਂ ਤੋਂ ਵੀ ਨੇੜੇ ਦਿਸ ਪਿਆ। ਵਾਹਿਗੁਰੂ ਜੀ ਹਰ ਵੇਲੇ ਕੋਲ ਦਿਸ ਪਏ। ਇਹੋ ਜੀ ਬਖਸ਼ਿਸ਼ ਮਹਾਰਾਜ ਕਹਿੰਦੇ ਭਾਈ ਪ੍ਰਾਪਤ ਹੋਈ। ਰਮਿਆ ਹੋਇਆ ਸਭ ਦੇ ਅੰਦਰ ਨਜ਼ਰ ਆ ਗਿਆ ਪਰਮੇਸ਼ਰ ਨੇੜੇ ਤੋਂ ਨੇੜੇ ਕਿ ਜਾਹਰ ਜ਼ਹੂਰ ਹੈ ਕਿ ਹਾਜ਼ਰ ਹਜੂਰ ਹੈ। ਜਿਸ ਕਾ ਸਾ ਤਿਨ ਲੀਆ ਮਿਲਾਏ। ਜਿਸ ਪਰਮੇਸ਼ਰ ਦਾ ਸੀ ਨਾ ਭਗਤ ਬਣਿਆ, ਉਹਨੇ ਕਿਰਪਾ ਕਰਕੇ ਆਪਣੇ ਨਾਲ ਮਿਲਾ ਲਿਆ। ਜਦੋਂ ਭਗਤੀ ਕਰਦੇ ਸੀ ਤਾਂ ਉਦੋਂ ਮਨ ਦੇ ਅੰਦਰ ਸੀਗਾ ਕਿ ਪਤਾ ਨਹੀਂ ਪਰਮੇਸ਼ਰ ਮੇਰੀ ਬਾਂਹ ਫੜੇਗਾ ਕਿ ਨਹੀਂ ਫੜੇਗਾ। ਜਿਸ ਕਾ ਸਾ
ਜਿਹਦਾ ਬਣਿਆ ਸੀ ਭਗਤ ਕੇ ਮਹਾਰਾਜ ਤੇਰੇ ਤੋਂ ਬਿਨਾ ਕੌਣ ਆ ਮੇਰਾ ਹੋਰ। ਮਹਾਰਾਜ ਨੇ ਮਿਹਰ ਕੀਤੀ, ਆਪਣੇ ਨਾਲ ਮਿਲਾ ਲਿਆ। ਜਿਹੜੀ ਫਿੱਕੀ ਸੀ ਜ਼ਿੰਦਗੀ, ਬੇਰਸੀ ਸੀਗੀ, ਰਸ ਨਾਲ ਭਰ ਦਿੱਤੀ। ਨਾਨਕ ਭਗਤੀ ਨਾਮ ਸਮਾਏ। ਮਹਾਰਾਜ ਕਹਿੰਦੇ ਭਾਈ ਭਗਤੀ ਕਰਕੇ ਨਾ ਨਾਮ ਵਿੱਚ ਸਮਾ ਗਏ, ਇੱਕ ਮਿਕ ਹੋ ਗਏ। ਇਹੋ ਜੀ ਪ੍ਰੇਮਾ ਭਗਤੀ ਦੀ ਦਾਤ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਭਾਈ ਪ੍ਰਾਪਤ ਹੋਈ। ਸੋ ਕਿਉ ਬਿਸਰਾ ਜੇ ਕਹਾਲ ਨ ਪਾਨਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਸਿੱਖਿਆ ਦਿੰਦੇ ਆ ਹਜੂਰ, ਜਿਹੜੀ ਹੈ ਚੌਥੀ ਪੌੜੀ ਆਰੰਭ ਕਰਦਿਆਂ ਹੋਇਆਂ ਮਹਾਰਾਜ ਸਾਹਿਬ ਜੀ ਸਾਨੂੰ ਸਮਝਾਉਂਦੇ ਆ, ਸੋ ਕਿਉਂ ਬਿਸਰੈ ਫਿਰ ਪੜੋ। ਸੋ ਕਿਉ ਬਿਸਰਾ ਜੇ ਕਹਾਲ ਨਾ ਪਾਨਾ। ਮਹਾਰਾਜ ਕਹਿੰਦੇ ਉਹ ਵਾਹਿਗੁਰੂ ਕਿਉਂ ਭੁੱਲ ਜਾਵੇ, ਜਿਹੜਾ ਕੀਤੀ ਹੋਈ ਘਾਲ ਕਮਾਈ ਨੂੰ ਭੰਨਦਾ ਨਹੀਂ, ਨਾਸ਼ ਨਹੀਂ ਕਰਦਾ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਵਾਹਿਗੁਰੂ ਵਿਸਰਨਾ ਨਹੀਂ ਚਾਹੀਦਾ। ਵੇਖ ਥੋੜੀ ਜੀ ਤੂੰ ਘਾਲ ਕਰਦਾ ਨਾ, ਚਾਹੇ ਮਨ ਕਰਕੇ ਕਰਦਾ, ਚਾਹੇ ਸਰੀਰ ਕਰਕੇ ਕਰਦਾ, ਚਾਹੇ ਬਾਣੀ ਕਰਕੇ ਕਰਦਾ ਨਾ, ਤਿਲ ਜਿੰਨੀ ਵੀ ਤੇਰੀ ਕੀਤੀ ਹੋਈ ਘਾਲਣਾ ਵਾਹਿਗੁਰੂ ਗਵਾਉਂਦਾ ਨਹੀਂ। ਆਪਾਂ ਕੀ ਸਮਝਦੇ ਆ, ਵਾਹਿਗੁਰੂ ਵਾਹਿਗੁਰੂ ਕਰ ਰਹੇ ਆ, ਕਿਹੜਾ ਕੋਈ ਅਸਰ ਪੈ ਰਿਹਾ, ਨਾ ਮੇਰਾ ਮਨ ਲੱਗਦਾ ਤੇ ਨਾ ਹੀ ਮਨਾਂ ਤੇਰੀਆਂ ਆਦਤਾਂ ਬਦਲਦੀਆਂ ਨੇ। ਛੱਡ ਪਰਾਂ, ਭਜਨ ਕਰਨ ਵਿੱਚ ਮਨ ਅੱਗੇ ਹੀ ਉਚਾਟ ਹੋਇਆ ਹੁੰਦਾ। ਇਹੋ ਜਿਹੇ ਹੋਰ ਫੁਰਨੇ ਤੇ ਮਨ ਭਜਨ ਤੋਂ ਟੁੱਟਿਆ ਰਹਿੰਦਾ ਹੈ ਫਿਰ। ਪਰ ਮਹਾਰਾਜ ਕਹਿੰਦੇ ਤੂੰ ਮਤਾਂ ਸੋਚ ਕਿ ਪਰਮੇਸ਼ਰ ਵਾਹਿਗੁਰੂ ਨਹੀਂ ਜਾਣਦਾ, ਨਹੀਂ ਵੇਖਦਾ। ਜੇ ਤੂੰ ਥੋੜੀ ਜਿੰਨੀ ਵੀ ਸੰਗਤ ਕਰਦਾ ਨਾ, ਕਥਾ ਸੁਣਦਾ, ਕੀਰਤਨ ਸੁਣਦਾ, ਪਰਉਪਕਾਰ ਕਰਦਾ, ਮਿੱਠਾ ਬੋਲਦਾ, ਮਹਾਰਾਜ ਕਹਿੰਦੇ ਨੇ ਪ੍ਰਭ ਘਾਲਿਆ ਹੋਇਆ ਤੇਰਾ ਨਾ ਭੰਨਦਾ ਨਹੀਂ, ਗਵਾਉਂਦਾ ਨਹੀਂ। ਤੇ ਜੇ ਵਾਹਿਗੁਰੂ ਥੋੜੀ ਜਿੰਨੀ ਵੀ ਤੇਰੀ ਘਾਲਣਾ ਨੂੰ ਭੰਨਦਾ ਨਹੀਂ ਹੈ, ਗਵਾਉਂਦਾ ਨਹੀਂ ਹੈ, ਤੇ ਉਹਨੂੰ ਕਿਉਂ ਭੁਲਾਉਣਾ ਹੈ? ਉਹਨੂੰ ਵਿਸਾਰ ਨਾ। ਥੋੜੀ ਜਿੰਨੀ ਵੀ ਤੇਰੀ ਕੀਤੀ ਹੋਈ ਕਮਾਈ ਨੂੰ ਫਲ ਲਾਉਣ ਵਾਲਾ ਹੈ ਵਾਹਿਗੁਰੂ। ਇਸ ਕਰਕੇ ਹਜੂਰ ਕਹਿੰਦੇ ਹਨ, ਸੋ ਕਿਉ ਬਿਸਰਾ ਜੇ ਕਹਾਲ ਨ ਪਾਨਾ। ਉਹ ਵਾਹਿਗੁਰੂ ਕਿਉਂ ਬਿਸਰ ਜਾਵੇ, ਕਿਉਂ ਭੁੱਲੇ? ਮਹਾਰਾਜ ਕਹਿੰਦੇ ਭਾਈ ਜਿਹੜਾ ਕੀਤੀ ਹੋਈ ਘਾਲ ਕਮਾਈ ਨੂੰ ਭੰਨਦਾ ਨਹੀਂ, ਫਲ ਲਾਉਂਦਾ ਹੈ, ਮਿਹਰ ਕਰਕੇ ਬਖਸ਼ਿਸ਼ ਕਰਦਾ ਏ। ਸੋ ਕਿਉ ਬਿਸਰਾ ਜੇ ਕੀਆ ਜਾਣਾ। ਉਹ ਵਾਹਿਗੁਰੂ ਕਿਉਂ ਵਿਸਰ ਜਾਵੇ, ਕਿਉਂ ਭੁੱਲ ਜਾਵੇ, ਜਿਹੜਾ ਮਹਾਰਾਜ ਕਹਿੰਦੇ ਭਾਈ ਜੀਵ ਦਾ ਕੀਤਾ ਹੋਇਆ ਫੁਰਨਾ ਤੱਕ ਵੀ ਜਾਣਦਾ ਹੈ, ਜੀਵ ਦੇ ਸਭ ਕਰਮਾਂ ਨੂੰ ਉਹ ਜਾਣਦਾ ਹੈ। ਮਹਾਰਾਜ ਕਹਿੰਦੇ ਉਸ ਵਾਹਿਗੁਰੂ ਨੂੰ ਭੁੱਲਣਾ ਨਹੀਂ ਚਾਹੀਦਾ। ਜਿਸ ਪਰਮੇਸ਼ਰ ਨੇ ਜੀਆਂ ਨੂੰ ਕੀਤਾ ਨਾ ਪੈਦਾ, ਮਹਾਰਾਜ ਕਹਿੰਦੇ ਉਹ ਭੁੱਲਣਾ ਨਹੀਂ ਚਾਹੀਦਾ। ਤੇ ਜੀਆਂ ਨੂੰ ਜਿਸ ਪਰਮੇਸ਼ਰ ਨੇ ਬਣਾਇਆ ਹੈ, ਇਹ ਜੀਵ ਤੇਰੇ ਮਨ ਦੇ ਫੁਰਨਿਆਂ ਨੂੰ ਵੀ ਉਹ ਜਾਣਦਾ ਹੈ। ਤੇਰੇ ਮਨ ਦੀ ਹਾਲਤ ਕਿਹੋ ਜੀ ਹੈ? ਬਾਹਰ ਕਿਸੇ ਹੋਰ ਨੂੰ ਤਾਂ ਰਜਾ ਲੇਗਾ, ਸੰਸਾਰ ਨੂੰ ਤਾਂ ਖੁਸ਼ ਕਰ ਲੇਗਾ, ਪਰ ਵਾਹਿਗੁਰੂ ਦੀ ਖੁਸ਼ੀ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰੇ ਮਨ ਦੀ ਅਵਸਥਾ ਨਾਲ ਪ੍ਰਾਪਤ ਹੋਣੀ ਹੈ। ਸੋ ਕੋ ਬਿਸਰੈ ਜੇ ਕੀਆ ਜਾਣੈ। ਮਹਾਰਾਜ ਕਹਿੰਦੇ ਜਿਹੜਾ ਜੀਵ ਹੈ ਕੀਤਾ ਹੋਇਆ, ਉਹਦੇ ਸਾਰੇ ਫੁਰਨਿਆਂ ਤੱਕ ਨੂੰ ਵਾਹਿਗੁਰੂ ਜਾਣਦਾ ਹੈ। ਇਸ ਕਰਕੇ ਉਹ ਵਾਹਿਗੁਰੂ ਭੁੱਲਣਾ ਨਹੀਂ ਚਾਹੀਦਾ। ਮਨ ਦੇ ਅੰਦਰ ਭੈੜੇ ਫੁਰਨੇ ਨਾ ਫੁਰਨ ਦਿਆ ਕਰ, ਮਨ ਦੇ ਅੰਦਰ ਗਲਤ ਸੰਕਲਪ ਨਾ ਆਉਣ ਦਿਆ ਕਰ, ਉੱਥੇ ਹੀ ਉਹਨਾਂ ਨੂੰ ਮਨ 'ਚ ਅੰਦਰ ਮਾਰਿਆ ਕਰ। ਜੇ ਮਨ ਤੋਂ ਇਹਨਾਂ ਦਾ ਸਪਰਸ਼ ਇੰਦਰੀਆਂ ਤੱਕ ਚਲੇ ਗਿਆ ਨਾ, ਤੇ ਫਿਰ ਮਲੀਨ ਹੋ ਜਾਏਗਾ, ਕਿਉਂਕਿ ਫੁਰਨੇ ਮਨ ਨੂੰ ਹੀ ਮਲੀਨ ਕਰੀ ਰੱਖਦੇ ਆ। ਤੇ ਜੇ ਇੰਦਰੀਆਂ 'ਚ ਜਾ ਵੜੇ ਫੁਰਨਿਆਂ ਦੀ ਇੱਛਾ, ਤੇ ਫਿਰ ਤਾਂ ਤੇਰੇ ਇੰਦਰੀ ਹੀ ਮਲੀਨ ਹੋ ਜਾਣਗੇ, ਤੇ ਫਿਰ ਉਹਨਾਂ ਇੱਛਾ ਨੂੰ ਪੂਰੀਆਂ ਕਰਦਿਆਂ ਤੂੰ ਗਿਰ ਜਾਵੇਂਗਾ ਸਮਾਜਿਕ ਜੀਵਨ ਤੋਂ ਵੀ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਵਾਹਿਗੁਰੂ ਸਾਨੂੰ ਭੁੱਲਣਾ ਨਹੀਂ ਚਾਹੀਦਾ, ਅੰਤਰਜਾਮੀ ਹੈ, ਦਿਲ ਦੇ ਕੀਤੇ ਹੋਏ ਫੁਰਨਿਆਂ ਤੱਕ ਨੂੰ ਜਾਣਦਾ ਏ। ਸੋ ਕਿਉ ਬਿਸਰਾ ਜਿਨ ਸਭ ਕਿਛ ਦੀਆ। ਉਹ ਵਾਹਿਗੁਰੂ ਕਿਉਂ ਭੁੱਲ ਜਾਵੇ ਜਿਨੇ ਧਨ ਦਿੱਤਾ ਹੈ, ਇਸਤਰੀ ਦਿੱਤੀ ਹੈ, ਘਰ ਦਿੱਤਾ ਹੈ, ਇੰਨਾ ਸਮਾਜ ਵਿੱਚ ਸਤਿਕਾਰ ਦਿੱਤਾ ਹੈ। ਮਹਾਰਾਜ ਕਹਿੰਦੇ ਅਕਿਰਤ ਘਣ ਨਾ ਬਣ। ਫਿਰ ਵੇਖ ਵਾਹਿਗੁਰੂ ਨੇ ਸਭ ਕੁਝ ਤੈਨੂੰ ਦਿੱਤਾ, ਮਿਹਰਾਂ ਕੀਤੀਆਂ ਨੇ, ਉਹ ਤੈਨੂੰ ਭੁੱਲਣਾ ਨਹੀਂ ਚਾਹੀਦਾ। ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ। ਭਗਤ ਵੀ ਕਹਿੰਦੇ ਨੇ ਕਿ ਇਹ ਮੇਰੀ ਮਾਂ, ਇਹ ਗੋਬਿੰਦ ਦਾ ਨਾਮ ਨਹੀਂ ਵਿਸਰਨਾ ਚਾਹੀਦਾ, ਭੁੱਲਣਾ ਨਹੀਂ ਚਾਹੀਦਾ। ਹੋਰ ਭਾਵੇਂ ਸਭ ਕੁਝ ਭੁੱਲ ਜਾਵੇ, ਵਾਹਿਗੁਰੂ ਦਾ ਨਾਮ ਨਾ ਭੁੱਲੇ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਐ।
ਐਡਾ ਦਿਆਲੂ ਤੇ ਕਿਰਪਾਲੂ ਵਾਹਿਗੁਰੂ ਤੈਨੂੰ ਕਿਉਂ ਵਿਸਰਦਾ, ਕਿਉਂ ਭੁੱਲਦਾ? ਨਹੀਂ ਭੁੱਲਣਾ ਚਾਹੀਦਾ। ਸੋ ਕਿਉ ਬਿਸਰੈ ਜੇ ਜੀਵਨ ਜੀਆ। ਉਹ ਕਿਉਂ ਵਾਹਿਗੁਰੂ ਵਿਸਰ ਜਾਵੇ ਜੋ ਜੀਆਂ ਦਾ ਮਹਾਰਾਜ ਕਹਿੰਦੇ ਭਾਈ ਜਿੰਦ ਰੂਪ ਹੈ, ਜਿਹਦੀ ਸੱਤਾ ਕਰਕੇ ਹੀ ਸਾਰੇ ਜੀਵ ਹਰਕਤ ਕਰ ਰਹੇ ਹੈ। ਜਿਨ੍ਹਾਂ ਜੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਾਹਿਗੁਰੂ ਜੀ ਦੇ ਹੀ ਆਸਰੇ ਦੇ ਉੱਤੇ ਸਤਿਗੁਰੂ ਜੀ ਕਹਿੰਦੇ ਭਾਈ ਖਲੋਣਾ ਕੀਤਾ, ਭਾਵ ਖੜੇ ਐ ਸਵਾਸ ਉਸ ਵਾਹਿਗੁਰੂ ਨੂੰ ਮਹਾਰਾਜ ਕਹਿੰਦੇ ਭਾਈ ਭੁੱਲੋ ਨਾ। ਪਰਮੇਸ਼ਰ ਸਾਰੇ ਜੀਆਂ ਦਾ ਜੀਵਨ ਰੂਪ ਹੈ, ਸੱਤਾ ਰੂਪ ਹੈ, ਜਿੰਦ ਰੂਪ ਹੈ। ਉਸ ਵਾਹਿਗੁਰੂ ਨੂੰ ਮਹਾਰਾਜ ਕਹਿੰਦੇ ਭਾਈ ਵਿਸਾਰੋ ਨਾ। ਇਸੇ ਕਰਕੇ ਮਹਾਰਾਜ ਨੇ ਕਿਹਾ ਨਾ, ਮਰਣੰ ਬਿਸਰਣੰ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਣ ਹੈ। ਵਾਹਿਗੁਰੂ ਦਾ ਨਾਮ ਵਿਸਰਨਾ ਹੀ ਮੌਤ ਹੈ, ਤੇ ਵਾਹਿਗੁਰੂ ਦਾ ਨਾਮ ਧਿਆਉਣਾ ਹੀ ਮਹਾਰਾਜ ਕਹਿੰਦੇ ਜ਼ਿੰਦਗੀ ਹੈ। ਤੇ ਜਿਹੜਾ ਨਾਮ ਨੂੰ ਚੇਤੇ ਨਹੀਂ ਕਰਦਾ ਸਮਝ ਲਓ ਮਰ ਗਿਆ ਹੈ, ਤੇ ਜਿਹਨੂੰ ਨਾਮ ਚੇਤੇ ਆਉਂਦਾ ਮਹਾਰਾਜ ਕਹਿੰਦੇ ਭਾਈ ਉਹੋ ਹੀ ਜਿਉਂਦਾ ਹੈ। ਹਜੂਰ ਫਰਮਾਉਂਦੇ ਹਨ, ਸੋ ਕਿਉ ਬਿਸਰੈ ਜੇ ਜੀਵਨ ਜੀਆ। ਜਿਸ ਵਾਹਿਗੁਰੂ ਨੇ ਸਾਰੇ ਜੀਆਂ ਦੇ ਅੰਦਰ ਮਹਾਰਾਜ ਕਹਿੰਦੇ ਆਪਣੀ ਜਿੰਦ ਪਾਈ ਹੋਈ ਹੈ, ਸੱਤਾ ਪਾਈ ਹੋਈ ਆ, ਉਹ ਵਾਹਿਗੁਰੂ ਕਿਉਂ ਵਿਸਰੇ ਨਾ ਭੁੱਲੇ। ਸੋ ਕਿਉ ਬਿਸਰੈ ਜੇ ਅਗਨ ਮਹਿ ਰਾਖਾ। ਮਹਾਰਾਜ ਕਹਿੰਦੇ ਉਹ ਕਿਉਂ ਵਿਸਰ ਜਾਵੇ ਵਾਹਿਗੁਰੂ ਜਿਸ ਵਾਹਿਗੁਰੂ ਨੇ ਮਾਤਾ ਦੇ ਉਦਰ ਵਿੱਚ ਇੰਨੀ ਅਗਨ ਸੀਗੀ, ਜਠਰ ਅਗਨੀ, ਉੱਥੇ ਮਹਾਰਾਜ ਕਹਿੰਦੇ ਤੇਰੀ ਰੱਖਿਆ ਕੀਤੀ। ਪ੍ਰਤਪਾਲ ਮਾਤਾ ਉਦਰ ਰਾਖੈ ਲਗਨ ਦੇਤ ਨਾ ਸੇਕ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਸੁਆਮੀ ਇਹਾਂ ਰਾਖੈ ਬੂਝ ਬੁੱਧ ਵਿਵੇਕ। ਜਿਸ ਵਾਹਿਗੁਰੂ ਨੇ ਪ੍ਰਤਪਾਲਣਾ ਤੇਰੀ ਕੀਤੀ ਮਾਤਾ ਦੇ ਉਦਰ ਵਿੱਚ ਇੰਨੀ ਜਠਰ ਅਗਨੀ ਪ੍ਰਜਵਲਤ ਸੀਗੀ, ਉੱਥੇ ਤੈਨੂੰ ਸੇਕ ਨਹੀਂ ਲੱਗਣ ਦਿੱਤਾ। ਹੁਣ ਤੈਨੂੰ ਉਹ ਵਾਹਿਗੁਰੂ ਕਿਉਂ ਭੁੱਲ ਗਿਆ ਹੈ? ਮਹਾਰਾਜ ਕਹਿੰਦੇ ਸੋ ਕਿਉਂ ਬਿਸਰੈ। ਸੋ ਕਿਉ ਬਿਸਰੈ ਜੇ ਅਗਨ ਮਹਿ ਰਾਖਾ। ਵੇਖ ਇਸ ਸੰਸਾਰ ਦੀ ਕਿੱਡੀ ਜ਼ਿਆਦੀ ਅਗਨ ਹੈ। ਇਹ ਕਲਯੁਗ ਜਿਹੜਾ ਨਾ ਇਹ ਅੱਗ ਨਾਲ ਹੀ ਤਪਿਆ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਵੇਖ ਤੈਨੂੰ ਇਸ ਅੱਗ ਤੋਂ ਬਚਾ ਕਰਕੇ ਰੱਖਦੇ ਆ, ਉਹ ਤੈਨੂੰ ਵਾਹਿਗੁਰੂ ਨਹੀਂ ਭੁੱਲਣਾ ਚਾਹੀਦਾ। ਗੁਰ ਪ੍ਰਸਾਦ ਕੋ ਬਿਰਲਾ ਲਾਖਾ। ਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਨਾਲ ਕੋਈ ਬਿਰਲਾ ਮਹਾਰਾਜ ਕਹਿੰਦੇ ਭਾਈ ਲੱਖਦਾ ਹੈ ਵਾਹਿਗੁਰੂ ਦੇ ਸਰੂਪ ਨੂੰ, ਲੱਖਦਾ ਹੈ ਜਾਣਦਾ ਹੈ ਰਸਨਾ ਦੇ ਉੱਤੇ ਰਸ ਨੂੰ। ਕੋਈ ਬਿਰਲਾ ਜਿਹਦੇ ਉੱਤੇ ਮੇਰੇ ਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜਿਹਦੇ ਤੇ ਮਿਹਰਬਾਨ ਹੁੰਦੇ ਆ, ਉਹ ਲੱਖਦੇ ਆ, ਜਾਣ ਲੈਂਦੇ ਆ ਪ੍ਰੇਮ ਦੇ ਰਸ ਨੂੰ, ਫਿਰ ਉਹਨਾਂ ਨੂੰ ਭੁੱਲਦਾ ਨਹੀਂ ਵਾਹਿਗੁਰੂ ਦਾ ਨਾਮ। ਸੋ ਕਿਉ ਬਿਸਰੈ ਜੇ ਬਿਖ ਤੇ ਕਾਢਾ। ਮਹਾਰਾਜ ਕਹਿੰਦੇ ਉਹ ਵਾਹਿਗੁਰੂ ਕਿਉਂ ਵਿਸਰ ਜਾਵੇ ਜਿਹੜਾ ਵਿਸ਼ਿਆਂ ਤੋਂ ਸਾਧ ਸੰਗਤ ਜੀ ਕੱਢ ਲੈਣ ਵਾਲਾ ਹੈ। ਵਿਸ਼ਿਆਂ ਵਿਕਾਰਾਂ ਵਿੱਚ ਖੁੱਭੇ ਹੋਏ ਮਨ ਨੂੰ ਇਹੋ ਜਿਹਾ ਵਾਹਿਗੁਰੂ ਜੀ ਆਸਰਾ ਦਿੰਦੇ ਹੈ। ਕਿਹੋ ਜਿਹਾ ਭੈੜਾ ਜੀਵਨ ਹੁੰਦਾ ਹੈ, ਸੱਚੇ ਪਾਤਸ਼ਾਹ ਆਪਣੇ ਨਾਮ ਦਾ ਰਸ ਦੇ ਕਰਕੇ ਨਿਹਾਲ ਕਰ ਦਿੰਦੇ ਹੈ। ਮਹਾਰਾਜ ਕਹਿੰਦੇ ਭਾਈ ਉਹ ਵਾਹਿਗੁਰੂ ਭੁੱਲਣਾ ਨਹੀਂ ਚਾਹੀਦਾ ਜਿਹੜਾ ਇਸ ਪ੍ਰਕਾਰ ਵਿਖ ਤੋਂ ਜ਼ਹਿਰ ਰੂਪੀ ਸੰਸਾਰ ਤੋਂ ਬਾਹਰ ਕੱਢ ਲੈਣ ਵਾਲਾ ਏ। ਜਨਮ ਜਨਮ ਕਾ ਟੂਟਾ ਗਾਢਾ। ਜਨਮਾਂ ਜਨਮਾਂਤਰਾਂ ਦੀ ਟੁੱਟੀ ਹੋਈ ਬਿਰਤੀ ਨੂੰ ਮਹਾਰਾਜ ਸਤ ਸੰਗਤ ਵਿੱਚ ਜੋੜ ਕਰਕੇ ਗੰਢ ਲੈਂਦੇ ਆ। ਜਨਮ ਜਨਮ ਕਾ ਟੂਟਾ ਗੰਢ ਹੈ। ਜਨਮਾਂ ਜਨਮਾਂਤਰਾਂ ਦੀ ਇਹ ਸਾਧ ਸੰਗਤ ਜੀ ਜਿਹੜਾ ਸੀ ਵਿਛੋੜਾ ਪਿਆ ਵਾਹਿਗੁਰੂ ਦੇ ਨਾਲੋਂ, ਸਾਰੀਆਂ ਜੂਨਾਂ ਵਿੱਚ ਭਟਕਦਾ ਮਨੁੱਖਾ ਜਨਮ ਵਿੱਚ ਆਇਆ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਦੋਂ ਸਤ ਸੰਗਤ ਮਿਲੀ ਤੇ ਮਹਾਰਾਜ ਜੀ ਨੇ ਫਿਰ ਟੁੱਟਾ ਗੰਢ ਲਿਆ, ਮਿਹਰ ਕੀਤੀ। ਟੁੱਟੇ ਹੋਏ ਨੂੰ ਗੰਢਣਾ ਕੀ ਹੁੰਦਾ ਹੈ? ਜਦੋਂ ਸਾਡਾ ਨਾਮ ਵਿੱਚ ਪ੍ਰੇਮ ਪੈ ਜਾਵੇ। ਜੇ ਨਹੀਂ ਪਿਆ ਤੇ ਸਮਝ ਲਓ ਟੁੱਟੇ ਹੋਏ ਆ। ਵਾਹਿਗੁਰੂ ਜੀ ਦੇ ਨਾਮ ਦੀ ਪ੍ਰੀਤ ਹੀ ਜਿਹੜੀ ਆ ਨਾ ਉਹ ਸਾਧ ਸੰਗਤ ਜੀ ਗੰਢਣ ਵਾਲੀ ਹੈ। ਨਹੀਂ ਤਾਂ ਪਤਾ ਨਹੀਂ ਕਿੰਨਿਆਂ ਜਨਮਾਂ ਦਾ ਟੁੱਟਾ ਹੋਇਆ। ਹੋਰਨਾਂ ਜੂਨਾਂ ਵਿੱਚ ਭਜਨ ਨਹੀਂ ਹੁੰਦਾ। ਵਾਹਿਗੁਰੂ ਦੇ ਨਾਮ ਦਾ ਭਜਨ ਜਿਹੜਾ ਨਾ ਉਹ ਮਨੁੱਖਾ ਜਨਮ ਵਿੱਚ ਹੀ ਜੀਵ ਕਰ ਸਕਦਾ। ਇਸੇ ਕਰਕੇ ਮਹਾਰਾਜ ਨੇ ਸ਼ਲੋਕ ਦੇ ਅੰਦਰ ਇਹ ਭਾਵ ਧਰਿਆ, ਬੇਨਤੀ ਕਰਨ ਦੀ ਆਗਿਆ ਕੀਤੀ ਕਿ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨ ਆਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਮਹਾਰਾਜ ਸਾਨੂੰ ਆਪਣੀ ਭਾਵ ਭਗਤੀ 'ਚ ਲਾ ਲਓ। ਜਨਮ ਜਨਮ ਕਾ ਟੂਟਾ ਗੰਢ ਹੈ। ਮੇਰਾ ਵਾਹਿਗੁਰੂ ਜਨਮਾਂ ਜਨਮਾਂਤਰਾਂ ਦੇ ਟੁੱਟੇ ਹੋਏ ਨੂੰ
ਆਪਣਾ ਪਿਆਰ ਲਾ ਕਰਕੇ ਗੰਢ ਲੈਣ ਵਾਲਾ ਹੈ। ਐਸੀ ਪ੍ਰੀਤ ਦੀ ਗੰਢ ਪਾਉਂਦਾ ਹੈ। ਮਹਾਰਾਜ ਸਾਹਿਬ ਜੀ ਨੇ ਜਿਵੇਂ ਪਿੱਛੇ ਆਇਆ ਸੀ ਨਾ ਉਪਦੇਸ਼, ਟੂਟੀ ਗੰਢ ਨਿਹਾਰ ਗੋਪਾਲ, ਮੇਰਾ ਵਾਹਿਗੁਰੂ ਟੁੱਟੀ ਹੋਈ ਗੰਢਣ ਵਾਲਾ ਹੈ। ਜਦੋਂ ਹੱਥ ਜੋੜ ਕਰਕੇ ਮਹਾਰਾਜ ਜੀ ਦੇ ਅੱਗੇ ਅਰਜ਼ੋਈ ਕਰੀਏ, ਬੇਨਤੀ ਕਰੀਏ, ਕਿਉਂਕਿ ਅਸੀਂ ਬੇਨਤੀ ਕਰ ਸਕਦੇ ਹਾਂ, ਹੋਰ ਸਾਡੇ ਹੱਥ ਕੁਝ ਵੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਇਹੀ ਜਾਚ ਦੱਸਦੇ ਆ, ਬਿੰਤ ਕਰੋ ਅਰਦਾਸ ਸੁਨੋ ਜੇ ਠਾਕੁਰ ਪਾਵੈ, ਦੇਹੋ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ। ਮਹਾਰਾਜ ਆਪਦੀ ਭਗਤੀ ਵਿੱਚ ਸਾਡਾ ਇਹ ਮਨ ਠਹਿਰ ਜਾਵੇ, ਸਾਨੂੰ ਆਪ ਦਾ ਦਰਸ਼ਨ ਬਖਸ਼ੋ। ਮਹਾਰਾਜ ਸਾਡੀ ਇਹੀ ਬੇਨਤੀ ਹੈ। ਜਨਮਾਂ ਜਨਮਾਂ ਦੇ ਟੁੱਟੇ ਹੋਇਆਂ ਨੂੰ ਮਹਾਰਾਜ ਗੰਢ ਲਓ, ਕਿਰਪਾ ਕਰੋ ਮਹਾਰਾਜ। ਜੇ ਹੁਣ ਨਾ ਬਖਸ਼ੇ ਗਏ ਤਾਂ ਮਹਾਰਾਜ ਮਨੁੱਖਾ ਜਨਮ ਮਿਲ ਗਿਆ, ਆਪਦੀ ਸਿੱਖੀ ਨਾ ਮਿਲੀ ਤਾਂ ਰੁਲਦੇ ਫਿਰਾਂਗੇ। ਫੇ ਪੂਰੇ ਸਤਿਗੁਰੂ ਆਪਦੇ ਦਰ ਤੇ ਹੁਣ ਢਹਿ ਪਏ ਆ, ਮਹਾਰਾਜ ਕਿਰਪਾ ਕਰਕੇ ਸਾਨੂੰ ਬਖਸ਼ ਲਓ, ਆਪਣੇ ਚਰਨਾਂ ਦੀ ਪ੍ਰੀਤ ਲਾ ਦਿਓ। ਟੁੱਟੀ ਹੋਈ ਜਿਹੜੀ ਬਿਰਤੀ ਹੈ ਆਪਦੇ ਨਾਮ ਦੀ ਪ੍ਰੀਤ ਵਿੱਚ ਮਹਾਰਾਜ ਗੰਢ ਲਓ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੇਨਤੀਆਂ ਕਰੀਏ। ਹਜੂਰ ਨੇ ਬੇਨਤੀਆਂ ਕਰਨ ਦੀ ਸਾਨੂੰ ਇਹ 20ਵੀਂ ਅਸ਼ਟਪਦੀ ਵਿੱਚ ਮਹਾਰਾਜ ਆਗਿਆ ਕੀਤੀ ਹੈ। ਹਜੂਰ ਸਿੱਖਿਆ ਸਿਖਾ ਰਹੇ ਹੈ। 4 ਪੌੜੀਆਂ ਸੰਪੂਰਨ ਹੋਈਆਂ। ਹਾਂਜੀ, 2 ਪੰਕਤੀਆਂ ਰਹਿੰਦੀਆਂ ਹਨ। ਹਾਂਜੀ, ਪੜੋ। ਗੁਰਪੂਰਾ ਤਤ ਇਹ ਬੁਝਾਇਆ। ਇਹ ਜਿਹੜਾ ਤਤ ਸਰੂਪ ਨਾਮ ਦਾ ਸੁਖ ਹੈ ਨਾ, ਇਹ ਪੂਰੇ ਗੁਰੂ ਮਹਾਰਾਜ ਕਹਿੰਦੇ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਗੁਰੂ ਅੰਗਦ ਸਾਹਿਬ ਨੂੰ, ਤੇ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਸਮਝਾਇਆ, ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਮਝਾਇਆ। ਤੇ ਹਜੂਰ ਕਹਿੰਦੇ ਹਨ ਕਿ ਸਾਨੂੰ ਪੂਰੇ ਗੁਰੂ ਪਿਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਇਹ ਸਮਝਾ ਦਿੱਤਾ ਕਿ ਤਤ ਰੂਪ ਕੇਵਲ ਤੇ ਕੇਵਲ ਨਾਮ ਹੈ। ਇਹ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ, ਗੁਰਪੂਰਾ ਤਤ ਇਹ ਬੁਝਾਇਆ। ਬੁਝਾ ਦਿੱਤਾ, ਜਣਾ ਦਿੱਤਾ ਹੈ ਇਹ ਤਤ। ਇਹ ਸਿਧਾਂਤ ਕੱਢ ਕੇ ਮਹਾਰਾਜ ਪੂਰੇ ਗੁਰੂ ਰਾਮਦਾਸ ਸਾਹਿਬ ਨੇ ਦੱਸਿਆ ਏ। ਪ੍ਰਭ ਆਪਣਾ ਨਾਨਕ ਜਨ ਧਿਆਇਆ। ਜਨਾਂ ਨੇ ਆਪਣੇ ਪ੍ਰਭੂ ਨੂੰ ਧਿਆਇਆ। ਕਿਸ ਤਰ੍ਹਾਂ ਧਿਆਇਆ? ਆਪਣਾ ਜਾਣ ਕਰਕੇ ਧਿਆਇਆ, ਪਰਾਇਆ ਜਾਣ ਕਰਕੇ ਨਹੀਂ। ਤੇ ਜਦੋਂ ਮਾਇਆ ਵਿੱਚ ਸੁਰਤ ਲੱਗੀ ਹੈ ਤੇ ਫਿਰ ਮਹਾਰਾਜ ਕਹਿੰਦੇ ਆ ਕਿ ਹਾਲਤ ਇਹ ਹੁੰਦੀ ਹੈ ਕਿ ਸਭ ਕੁਝ ਆਪਣਾ ਇੱਕ ਰਾਮ ਪਰਾਇਆ। ਗੁਰੂ ਨਾਨਕ ਸਾਹਿਬ ਨੂੰ ਉਹਨਾਂ ਨੇ ਆਪਣਾ ਜਾਣ ਕਰਕੇ ਧਿਆਇਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਪੂਰੇ ਗੁਰੂ ਜੀ ਨੇ ਇਹ ਤੱਤ ਬੁਝਾ ਦਿੱਤਾ, ਇਹ ਸਿਧਾਂਤ ਜਣਾ ਦਿੱਤਾ ਕਿ ਪ੍ਰਭੂ ਹੀ ਆਪਣਾ ਹੈ, ਵਾਹਿਗੁਰੂ ਹੀ ਆਪਣਾ ਹੈ, ਹੋਰ ਕੋਈ ਸਕਾ ਨਹੀਂ, ਹੋਰ ਕੋਈ ਆਪਣਾ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਪੂਰੇ ਗੁਰੂ ਜੀ ਨੇ ਇਹ ਬੁਝਾਇਆ, ਇਹ ਜਣਾ ਦਿੱਤਾ ਕਿ ਆਪਣੇ ਪ੍ਰਭੂ ਨੂੰ ਭਾਈ ਸਿਮਰੋ, ਪਰਮੇਸ਼ਰ ਨੂੰ ਆਪਣਾ ਜਾਣ ਕਰਕੇ ਚੇਤੇ ਕਰੋ। ਪ੍ਰਭ ਆਪਣਾ ਨਾਨਕ ਜਨ ਧਿਆਇਆ। ਜਨਾਂ ਨੇ ਧਿਆਇਆ ਹੈ ਆਪਣਾ ਜਾਣ ਕਰਕੇ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ 4 ਪੌੜੀਆਂ ਬਖਸ਼ਿਸ਼ ਕੀਤੀਆਂ। ਹਜੂਰ ਰਹਿਮਤ ਕਰਨ ਹਿਰਦੇ 'ਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਗੁਰਪੂਰਾ ਤਤ ਇਹ ਬੁਝਾਇਆ। ਪ੍ਰਭ ਆਪਣਾ ਨਾਨਕ ਜਨ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी आगनास, हे पूरन हे सर्ब में दुख भंजन गुणतास, हे संगी हे निरंकार, हे निर्गुण सब, हे गोबिंद हे गुण निधान, जाकै सदा विवेक, हे अपरंपर हर हरे हह पी होवन, हे संत कै सदा संग निधारा आधार, हे ठाकुर हऊँ दासरो, मैं निर्गुण गुण नहीं, नानक दीजै नाम दान,
राखो हिया परोए आए प्रभ शरणागति कृपा निध एक अखर हर मन बस्त नानक होत निहाल वाहिगुरु नाम जहाज है चढ़े सोतरे पार जो शरधा कर सेवंद गुर पार उतारन हार कथा निता प्रत होत है सुनो सो सिंह सुजान नानक गुरु गोबिंद सिंह जी सदा करे कल्याण नानक गुरु गोबिंद सिंह जी सदा करे कल्याण वाहिगुरु जी का खालसा वाहिगुरु जी की फतेह। गज के जयकारा गजावे सो निहाल हो जावे सत श्री अकाल गुरबार अकाल देग तेग फतेह गुरु पंथ खालसे दी चढ़दी कला रखो जी महाराज। काम वेगांदड़ जेला ना साब तन जड़ा आबुणा लहा सो साजण